ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਇਲੈਕਟ੍ਰੀਕਲ ਪਾਵਰ 2 ਦੇ ਵਿੱਚ ਆਪਾਂ ਜਿਹੜਾ ਚੈਪਟਰ ਕੰਪਲੀਟ ਕੀਤਾ ਸੀ ਉਹਦਾ ਨਾਮ ਸੀ ਫਾਲਟਸ। ਸੋ ਉਹਦੇ ਵਿੱਚ ਆਪਾਂ ਡਿਫਰੈਂਟ ਟਾਈਪਸ ਆਫ ਫਾਲਟ ਸਟੱਡੀ ਕੀਤੇ ਸੀਗੇ ਕਿ ਆਪਣੇ ਓਵਰਹੈੱਡ ਸਿਸਟਮ ਦੇ ਵਿੱਚ ਜਾਂ ਅੰਡਰਗਰਾਊਂਡ ਕੇਬਲ ਦੇ ਵਿੱਚ ਕਿਹੜੇ ਕਿਹੜੇ ਤਰ੍ਹਾਂ ਦੇ ਫਾਲਟ ਜਿਹੜੇ ਆ ਉਹ ਆ ਸਕਦੇ ਆ, ਜਿਨ੍ਹਾਂ ਕਰਕੇ ਜਿਹੜਾ ਸਿਸਟਮ ਆ ਮੇਰਾ ਪੂਰੀ ਤਰ੍ਹਾਂ ਫੇਲ ਹੋ ਸਕਦਾ, ਕੰਮ ਕਰਨ ਤੋਂ ਰੁਕ ਸਕਦਾ, ਜਾਂ ਫਿਰ ਵਰਕਿੰਗ ਜਿਹੜੀ ਇਫੈਕਟ ਹੁੰਦੀ ਹੈ ਮੇਰੇ ਸਿਸਟਮ ਦੀ। ਸੋ ਅੱਜ ਇੱਕ ਚੈਪਟਰ ਆਪਾਂ ਜਿਹੜਾ ਸਟਾਰਟ ਕਰਨਾ ਉਹਦਾ ਨਾਮ ਹੈ ਸਵਿਚ ਗੇਅਰ। ਸੋ ਨਾਮ ਤੋਂ ਪਤਾ ਸਵਿਚ ਗੇਅਰ ਯਾਨੀ ਕਿ ਸਵਿਚਿੰਗ ਗੇਅਰਸ, ਯਾਨੀ ਕਿ ਜਿਨ੍ਹਾਂ ਦੇ ਨਾਲ ਆਪਾਂ ਸਵਿਚਿੰਗ ਕੰਟਰੋਲਿੰਗ ਜਾਂ ਪ੍ਰੋਟੈਕਸ਼ਨ ਕਰਦੇ ਹਾਂ ਆਪਣੇ ਸਿਸਟਮ ਦੀ ਜਾਂ ਇਕਵਿਪਮੈਂਟ ਦੀ, ਉਹ ਕੀ ਹੋਗੇ ਮੇਰੇ ਸਵਿਚ ਗੇਅਰ। ਸੋ ਜੇ ਡੈਫੀਨੇਸ਼ਨ ਦੇਖੀਏ ਤਾਂ ਕੀ ਹੁੰਦੀ ਹੈ ਸਵਿਚ ਗੇਅਰ ਦੀ? ਦ ਅਸੈਂਬਲੀ ਆਫ ਆਪਰੇਟਰਸ ਇੰਪਲੋਇਡ ਫॉर ਸਵਿਚਿੰਗ ਕੰਟਰੋਲਿੰਗ ਐਂਡ ਪ੍ਰੋਟੈਕਟਿੰਗ ਦ ਇਲੈਕਟ੍ਰੀਕਲ ਪਾਵਰ ਸਿਸਟਮ ਐਂਡ ਇਕਵਿਪਮੈਂਟ। ਯਾਨੀ ਕਿ ਉਹ ਆਪਰੇਟਰਸ ਦੀ ਅਸੈਂਬਲੀ ਜਿਨ੍ਹਾਂ ਦੇ ਨਾਲ ਆਪਾਂ ਸਵਿਚਿੰਗ ਕਰਦੇ ਹਾਂ, ਕੰਟਰੋਲਿੰਗ ਕਰਦੇ ਹਾਂ ਜਾਂ ਪ੍ਰੋਟੈਕਟ ਕਰਦੇ ਹਾਂ ਇਲੈਕਟ੍ਰੀਕਲ ਪਾਵਰ ਸਿਸਟਮ ਅਤੇ ਇਕਵਿਪਮੈਂਟ ਨੂੰ, ਉਹਨੂੰ ਆਪਾਂ ਕਹਿੰਦੇ ਹਾਂ ਸਵਿਚ ਗੇਅਰ। ਜਿੱਦਾਂ ਆਪਣੇ ਜੇ ਆਪਾਂ ਸਬ ਸਟੇਸ਼ਨ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਕੀ ਹੁੰਦਾ, ਫੀਡਰ ਲੱਗੇ ਹੁੰਦੇ ਆ, ਜਿੱਥੋਂ ਆਪਾਂ ਕੀ ਕਰਦੇ ਹਾਂ ਫੀਡਰ ਸਮਝਦੇ ਹਾਂ ਨਾ। ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਜਿੱਦਾਂ ਆਪਣੇ ਘਰ ਦੇ ਵਿੱਚ ਇੱਕ MCB ਆ, MCB ਨੂੰ ਜਦੋਂ ਆਪਾਂ ਔਨ ਆਫ ਕਰਦੇ ਹਾਂ ਤਾਂ ਘਰ ਦੀ ਸਪਲਾਈ ਜਿਹੜੀ ਹੁੰਦੀ ਆ ਉਹ ਰਿਸਪੈਕਟਿਵਲੀ ਔਨ ਆਫ ਹੁੰਦੀ ਆ, ਠੀਕ ਆ। ਸੋ ਆਪਣੇ ਅਲੱਗ-ਅਲੱਗ ਰੂਮ ਦਾ ਜਿਹੜਾ ਹੁੰਦਾ ਅਲੱਗ-ਅਲੱਗ MCB ਹੁੰਦਾ। ਜਿੱਦਾਂ ਮੰਨ ਲਓ ਆਪਾਂ ਆਪਣੀ ਕਿਚਨ ਦਾ MCB ਜਿਹੜਾ ਉਹਨੂੰ ਔਫ ਕਰਾਂਗੇ ਤਾਂ ਆਪਣੀ ਕਿਚਨ ਦੀ ਜਿਹੜੀ ਸਪਲਾਈ ਆ ਉਹ ਬੰਦ ਹੋ ਜੂਗੀ। ਸਿਮਿਲਰਲੀ ਜਿਹੜਾ ਮੇਰਾ ਸਬ ਸਟੇਸ਼ਨ ਹੁੰਦਾ ਨਾ, ਸਬ ਸਟੇਸ਼ਨ ਦੇ ਉੱਪਰ ਮੇਰੇ ਕੋਲ ਫੀਡਰ ਹੁੰਦੇ ਆ। ਸੋ ਉਹ ਫੀਡਰ ਜਿਹੜੇ ਹੁੰਦੇ ਉਹਨੂੰ ਅਲੱਗ ਆਪਾਂ ਇੱਕ ਨਾਮ ਦਿੱਤਾ ਹੋਊਗਾ। ਫੋਰ ਐਗਜ਼ਾਮਪਲ ਮੰਨ ਲਓ ਤੁਹਾਡਾ ਜਿਹੜਾ ਏਰੀਆ ਆ ਮੰਡੀ ਗੋਬਿੰਦਗੜ੍ਹ ਏਰੀਆ ਆ, ਤਾਂ ਤੁਹਾਡਾ ਜਿਹੜਾ ਸਬ ਸਟੇਸ਼ਨ ਹੋਊਗਾ ਉੱਥੇ ਮੰਡੀ ਗੋਬਿੰਦਗੜ੍ਹ ਨਾਮ ਦਾ ਕੀ ਹੋਊਗਾ, ਮੇਰੇ ਕੋਲ ਫੀਡਰ ਹੋਊਗਾ। ਜਦੋਂ ਵੀ ਆਪਾਂ ਉਹ ਫੀਡਰ ਨੂੰ ਆਫ ਕਰਾਂਗੇ ਤਾਂ ਮੰਡੀ ਗੋਬਿੰਦਗੜ੍ਹ ਦੀ ਜਿਹੜੀ ਸਪਲਾਈ ਆ ਉਹ ਆਫ ਹੋ ਜੂਗੀ। ਸੋ ਇੱਦਾਂ ਅਲੱਗ-ਅਲੱਗ ਨਾਮ ਦਿੱਤੇ ਹੁੰਦੇ ਆ ਫੀਡਰਸ ਨੂੰ ਰਿਸਪੈਕਟਿਵ ਏਰੀਆ ਦੇ ਅਕੋਰਡਿੰਗ। ਸੋ ਫੀਡਰ ਜਿਹੜਾ ਆ ਉੱਥੇ ਮੈਂ ਕੀ ਕਰੂੰਗਾ, ਸਵਿਚਿੰਗ ਕਰੂੰਗਾ, ਯਾਨੀ ਕਿ ਉਹਨੂੰ ਔਨ ਆਫ ਵੀ ਕਰ ਸਕਦਾ, ਠੀਕ ਹੈ, ਕੰਟਰੋਲ ਕਰ ਸਕਦਾ। ਉਹਦਾ ਜਿਹੜੀ ਆਪਣੀ ਪਾਵਰ ਹੁੰਦੀ ਆ ਉਹਨੂੰ ਮੈਂ ਕੰਟਰੋਲ ਕਰ ਸਕਦਾ। ਕਰੰਟ ਦੀ ਵੈਲਿਊ ਜਿਹੜੀ ਆ ਉਹਦੀ ਰਿਲੇ ਸੈਟਿੰਗ ਕਰ ਸਕਦਾ ਵੀ ਇੰਨੇ ਕਰੰਟ ਤੱਕ ਹੀ ਜਿਹੜਾ ਆ ਮੇਰਾ ਫੀਡਰ ਚੱਲੇ ਜਾਂ ਇੰਨੇ ਕਰੰਟ ਤੱਕ ਸਪਲਾਈ ਚੱਲੇ। ਜੇ ਇਸ ਤੋਂ ਕਰੰਟ ਵੱਧਦਾ ਤਾਂ ਉਹ ਜਿਹੜੀ ਫੀਡਰ ਆ ਉਹ ਆਟੋਮੈਟਿਕਲੀ ਬੰਦ ਹੋ ਜੇ। ਥਰਡ, ਪ੍ਰੋਟੈਕਟਿੰਗ, ਠੀਕ ਆ, ਪ੍ਰੋਟੈਕਸ਼ਨ ਵਾਸਤੇ ਲਾਇਆ ਹੁੰਦਾ। ਮੰਨ ਲਓ ਮੇਰੀ ਲਾਈਨ ਦੇ ਉੱਪਰ ਕੋਈ ਫਾਲਟ ਆ ਗਿਆ, ਜਿੱਦਾਂ ਫਾਲਟ ਆਪਾਂ ਲਾਸਟ ਟਾਈਮ ਸਟੱਡੀ ਕੀਤੇ ਸੀਗੇ ਨਾ, ਓਵਰਹੈੱਡ ਫਾਲਟ, ਜਾਂ ਮੰਨ ਲਓ ਅੰਡਰਗਰਾਊਂਡ ਕੇਬਲ ਹਾਊਸ ਫੀਡਰ ਆ ਜਾਂ ਕੇਬਲ 'ਚ ਕੋਈ ਫਾਲਟ ਆ ਗਿਆ। ਸੋ ਉਹ ਫਾਲਟ ਆਉਣ 'ਤੇ ਵੀ ਕੀ ਹੁੰਦਾ ਆ, ਮੇਰਾ ਜਿਹੜਾ ਫੀਡਰ ਹੁੰਦਾ ਬੰਦ ਹੋ ਜਾਂਦਾ। ਸੋ ਸੇਮ ਹੀ ਵਰਕਿੰਗ ਜਿੱਦਾਂ ਆਪਣਾ MCB ਹੁੰਦਾ, ਮਿਨੀਏਚਰ ਸਰਕਿਟ ਬ੍ਰੇਕਰ ਆਪਾਂ ਇਹਨੂੰ ਕਹਿ ਦਿੰਦੇ, ਇਹ ਮਿਨੀਏਚਰ ਹੁੰਦਾ ਯਾਨੀ ਕਿ ਛੋਟਾ ਸਰਕਿਟ ਬ੍ਰੇਕਰ ਹੁੰਦਾ। ਉੱਦਾਂ ਹੀ ਉਹ ਜਿਹੜੇ ਆਪਣੇ ਸਬ ਸਟੇਸ਼ਨ ਦੇ ਲੱਗੇ ਹੁੰਦੇ ਨਾ ਉਹ ਵੱਡੇ ਹੁੰਦੇ ਆ ਬ੍ਰੇਕਰ। ਸੋ ਮੇਨ ਜਿਹੜਾ ਬੇਸਿਕ ਫੰਕਸ਼ਨ ਆ, ਬੇਸਿਕ ਪ੍ਰਿੰਸੀਪਲ ਉਹ ਸੇਮ ਹੀ ਹੁੰਦਾ ਸਾਰਿਆਂ ਦਾ, ਬੇਸਿਕ ਕੰਸੈਪਟ ਸੇਮ ਹੀ ਹੁੰਦਾ ਕਿ ਆਪਾਂ ਕੀ ਕਰਨਾ, ਉਹਨੂੰ ਔਨ ਆਫ ਕਰਨਾ ਆ ਨੋਰਮਲ ਕੰਡੀਸ਼ਨ ਦੇ ਵਿੱਚ, ਠੀਕ ਆ, ਅਤੇ ਆਟੋਮੈਟਿਕਲੀ ਬੰਦ ਹੋ ਜਾਵੇ ਉਹ ਅਬਨੋਰਮਲ ਕੰਡੀਸ਼ਨ ਯਾਨੀ ਕਿ ਫਾਲਟ ਦੇ ਵਿੱਚ। ਸੋ ਸਵਿਚਿੰਗ, ਕੰਟਰੋਲਿੰਗ ਅਤੇ ਪ੍ਰੋਟੈਕਟਿੰਗ ਵਾਸਤੇ ਪਾਵਰ ਸਿਸਟਮ ਅਤੇ ਇਕਵਿਪਮੈਂਟ ਨੂੰ ਜਿਹੜੀ ਆਪਾਂ ਅਸੈਂਬਲੀ ਲਾਈ ਹੁੰਦੀ ਆਪਰੇਟਰਸ ਦੀ, ਉਹਨੂੰ ਆਪਾਂ ਕਹਿੰਦੇ ਹਾਂ ਕਿ ਇਹ ਕੀ ਆ, ਸਵਿਚ ਗੇਅਰ ਆ। ਸੋ ਸਵਿਚ ਗੇਅਰ ਦਾ ਇੱਕ ਜਿਹੜਾ ਸਕੀਮੈਟਿਕ ਅਰੇਂਜਮੈਂਟ ਜਿਹੜਾ ਉਹ ਆਪਾਂ ਇੱਥੇ ਸ਼ੋਅ ਕੀਤਾ ਹੋਇਆ ਫਿਗਰ ਦੇ ਵਿੱਚ। ਦੇਖੋ ਇਹਦੇ ਵਿੱਚ ਕੀ ਆ, ਮੇਰੇ ਕੋਲ ਆ ਇੱਕ ਫੀਡਰ ਆ 11 kV ਦੀ ਲਾਈਨ ਆ, ਜਿਹਦੇ ਵਿੱਚ ਕੀ ਆ ਮੇਰੇ ਕੋਲ ਸਰਕਿਟ ਬ੍ਰੇਕਰ ਲੱਗਾ ਹੋਇਆ। ਸਰਕਿਟ ਬ੍ਰੇਕਰ ਜਿਹੜਾ ਅੱਗੇ ਟ੍ਰਿਪ ਕੋਇਲ ਦੇ ਨਾਲ ਚੱਲਦਾ, ਯਾਨੀ ਕਿ ਟ੍ਰਿਪ ਕੋਇਲ ਜਦੋਂ ਆਪਰੇਟ ਹੋਗੀ ਸਰਕਿਟ ਬ੍ਰੇਕਰ ਮੇਰਾ ਓਪਨ ਹੋਣਾ, ਨਾਰਮਲ ਕੰਡੀਸ਼ਨ 'ਚ ਔਨ ਰਹੂਗਾ। ਦੈਨ ਇਹਦੇ ਨਾਲ ਅੱਗੇ ਕੀ ਲੱਗਾ, ਮੇਰੇ ਕੋਲ ਬੈਟਰੀ ਲੱਗੀ ਹੋਈ ਆ, ਉਹਦੇ ਨਾਲ ਫਿਰ ਅੱਗੇ ਰਿਲੇ ਦੀ ਕੋਇਲ ਲੱਗੀ ਆ, ਅਤੇ ਇੱਧਰ CT ਲੱਗਾ ਅਤੇ ਉਹ ਫੀਡਰ ਅੱਗੇ ਜਾਂਦਾ। ਹੁਣ ਨਾਰਮਲ ਕੰਡੀਸ਼ਨ ਦੇ ਵਿੱਚ ਦੇਖੋ ਕੀ ਹੁੰਦਾ, ਨਾਰਮਲ ਕੰਡੀਸ਼ਨ ਦੇ ਵਿੱਚ ਆ ਜਿਹੜਾ ਸਰਕਿਟ ਬ੍ਰੇਕਰ ਦੇ ਕੰਟੈਕਟ ਹੋਣਗੇ ਜੁੜੇ ਰਹਿਣਗੇ। ਕਰੰਟ ਆਇਆ ਇੱਥੋਂ, ਕੰਟੈਕਟ ਜੁੜੇ ਆ, ਸੋ ਈਜ਼ੀਲੀ ਕੀ ਅੱਗੇ ਪਾਸ ਹੋ ਜਾਊਗਾ, CT ਤੋਂ ਅੱਗੇ ਜਿਹੜਾ ਕਰੰਟ ਜਾਂਦਾ ਰਹੂਗਾ, ਠੀਕ ਹੈ। CT ਜਿਹੜਾ ਹੁੰਦਾ ਸਟੈਪ ਅਪ ਟਰਾਂਸਫਾਰਮਰ ਹੁੰਦਾ, ਸਟੈਪ ਅਪ ਇਸ ਕਰਕੇ ਹੁੰਦਾ ਤਾਂ ਕਿ ਵੋਲਟੇਜ ਵੱਧ ਜਾਵੇ ਅਤੇ ਕਰੰਟ ਜਿਹੜਾ ਹੁੰਦਾ ਉਹ ਰਿਸਪੈਕਟਿਵਲੀ ਡਾਊਨ ਚਲਿਆ ਜਾਵੇ। ਸੋ ਨਾਰਮਲ ਕੰਡੀਸ਼ਨ ਦੇ ਵਿੱਚ ਨਾ ਇਹ CT ਦੀ ਜਿਹੜੀ ਸੈਕੰਡਰੀ ਹੋਣੀ ਉਹਦੇ ਵਿੱਚ ਇੰਨੀ EMF ਇੰਡਿਊਸ ਨਹੀਂ ਹੋਣੀ ਕਿ ਜਿਹੜਾ ਪਲੰਜਰ ਆ ਇਹਨੂੰ ਮੂਵ ਕਰਕੇ ਲੈਫਟ ਸਾਈਡ ਨੂੰ, ਜਿੱਧਰ ਨੂੰ ਐਰੋ ਬਣਿਆ ਇੱਧਰ ਨੂੰ ਮੂਵ ਕਰੂਗਾ ਤਾਂ ਹੀ ਜੁੜੂਗਾ ਨਾ ਇਹ। ਸੋ ਨਾਰਮਲ ਕੰਡੀਸ਼ਨ ਦੇ ਵਿੱਚ ਕਰੰਟ ਦੀ ਵੈਲਿਊ ਜਿਹੜੀ ਹੈ ਇੰਨੀ ਨਹੀਂ ਹੋਣੀ ਕਿ ਜਿਹੜੀ ਰਿਲੇ ਕੋਇਲ ਹੈ CT ਨਾਲ ਲੱਗੀ ਹੈ ਆਪਰੇਟ ਹੋ ਸਕੇ ਅਤੇ ਸਰਕਿਟ ਜਿਹੜਾ ਕਲੋਜ਼ ਹੋ ਸਕੇ, ਆਹ ਵਾਲੀ ਟ੍ਰਿਪ ਕੋਇਲ ਦਾ, ਠੀਕ ਆ। ਪੁਆਇੰਟ ਸਮਝ ਗਏ ਨਾ ਮੇਰਾ? ਨਾਰਮਲ ਕੰਡੀਸ਼ਨ 'ਚ ਇੱਧਰ ਉਨਾ ਕਰੰਟ ਇੰਡਿਊਸ ਹੀ ਨਹੀਂ ਹੋਣਾ ਕਿ ਆਹ ਜਿਹੜਾ ਸਰਕਿਟ ਆ ਮੇਰਾ, ਆਹ ਵਾਲਾ ਸਰਕਿਟ, ਇਹ ਕਲੋਜ਼ ਹੋ ਸਕੇ, ਕਿਉਂਕਿ ਦੇਖੋ ਹੁਣ ਇਹ ਓਪਨ ਆ ਇੱਥੋਂ। ਜੇ ਮੈਂ ਬੈਟਰੀ ਦੀ ਗੱਲ ਕਰਾਂ, ਦੇਖੋ ਇੱਥੇ ਆ ਕੇ ਕਰੰਟ ਕੀ ਹੋਣਾ ਮੇਰਾ, ਰੁਕ ਜਾਣਾ, ਕਿਉਂਕਿ ਇੱਥੇ ਸਰਕਿਟ ਕਲੋਜ਼ ਨਹੀਂ ਹੈਗਾ। ਇਹਨੂੰ ਕਲੋਜ਼ ਕਰਨ ਵਾਸਤੇ ਕੀ ਹੈ, ਰਿਲੇ ਕੋਇਲ ਨੂੰ ਆਪਰੇਟ ਹੋਣਾ ਪੈਣਾ, ਅਤੇ ਜੇ ਰਿਲੇ ਕੋਇਲ ਕਦੋਂ ਆਪਰੇਟ ਹੋਣੀ, ਜਦੋਂ ਕਰੰਟ ਦੀ ਵੈਲਿਊ ਜਿਹੜੀ ਆ ਨਾਰਮਲ ਤੋਂ ਜ਼ਿਆਦਾ ਹੋਗੀ, ਠੀਕ ਆ। ਸੋ ਉਹ ਜਿਹੜੀ ਵੈਲਿਊ ਹੁੰਦੀ ਮੈਂ ਆਪਣੇ ਸਰਕਿਟ ਬ੍ਰੇਕਰ 'ਤੇ ਸੈੱਟ ਕਰ ਸਕਦਾ ਕਰੰਟ ਸੈਟਿੰਗ ਤੋਂ। ਸੋ ਬਟ ਬੇਸਿਕ ਜਿਹੜਾ ਫੰਕਸ਼ਨ ਆ ਉਹ ਇਹੀ ਆ ਰਿਲੇ ਕੋਇਲ ਦਾ, ਵੀ ਇਹਨੇ ਸਰਕਿਟ ਨੂੰ ਕਲੋਜ਼ ਕਰਾਉਣਾ ਹੁੰਦਾ, ਅਤੇ ਇਹਨੇ ਉਦੋਂ ਹੀ ਆਪਰੇਟ ਹੋਣਾ ਜਦੋਂ ਫਾਲਟੀ ਕੰਡੀਸ਼ਨ ਆ ਗਈ। ਹੁਣ ਫਾਲਟੀ ਕੰਡੀਸ਼ਨ 'ਚ ਕੀ ਹੋਊਗਾ, ਮੰਨ ਲਓ ਇੱਥੇ ਮੇਰੇ ਕੋਲ ਕੋਈ ਵੀ ਫਾਲਟ ਆ ਗਿਆ, F ਲੋਕੇਸ਼ਨ ਦੇ ਉੱਪਰ ਕੋਈ ਵੀ ਫਾਲਟ ਆ ਗਿਆ, ਉਹ ਅਰਥ ਫਾਲਟ ਵੀ ਹੋ ਸਕਦਾ ਆ,
ਸਿੰਗਲ ਫੇਸ ਟੂ ਅਰਥ, ਡਬਲ ਫੇਸ ਟੂ ਅਰਥ, 3 ਫੇਸ ਟੂ ਅਰਥ ਜਾਂ 3 ਫੇਸ ਸ਼ਾਰਟ ਸਰਕਟ, 2 ਫੇਸ ਸ਼ਾਰਟ ਸਰਕਟ, 3 ਫੇਸ ਟੂ ਅਰਥ ਜਾਂ ਅੰਡਰਗਰਾਊਂਡ ਕੇਬਲ 'ਚ ਓਪਨ ਸ਼ਾਰਟ, ਕੋਈ ਵੀ ਫਾਲਟ ਮੰਨ ਲਓ ਆ ਗਿਆ ਮੇਰੇ ਕੋਲ, ਠੀਕ ਆ। ਓਪਨ ਦੇ ਵਿੱਚ ਨਹੀਂ ਮੋਸਟਲੀ ਬੰਦ ਹੁੰਦਾ, ਸ਼ਾਰਟ ਸਰਕਟ ਤੇ ਅਰਥ ਫਾਲਟ ਜਦੋਂ ਕੇਬਲ 'ਚ ਆ ਜਾਵੇ ਨਾ ਉਦੋਂ ਫੀਡਰ ਬੰਦ ਹੋ ਜਾਂਦਾ। ਓਪਨ ਦੇ ਵਿੱਚ ਜਿਹੜਾ ਹੁੰਦਾ ਨਾ ਕਰੰਟ ਇੱਕ ਫੇਸ ਦਾ ਜਿਹੜਾ ਹੁੰਦਾ ਉਹ ਘੱਟ ਜਾਂਦਾ ਹੁੰਦਾ ਬਹੁਤ ਜ਼ਿਆਦਾ। ਸੋ ਉਸ ਕੰਡੀਸ਼ਨ 'ਚ ਫਾਲਟੀ ਕੰਡੀਸ਼ਨ ਦੇ ਵਿੱਚ ਕੀ ਹੋਊਗਾ, ਕਰੰਟ ਜਿਹੜਾ ਹੋਊਗਾ ਨਾ ਬੈਕ ਆਊਗਾ। ਕਿਉਂ ਬੈਕ ਆਊਗਾ? ਕਿਉਂਕਿ ਹੁਣ ਇੱਧਰਲੀ ਸਾਈਡ 'ਤੇ ਫਾਲਟ ਆਉਣ ਕਰਕੇ ਪੋਟੈਂਸ਼ੀਅਲ ਵੱਧ ਗਿਆ ਅਤੇ ਇੱਧਰਲੇ ਪਾਸੇ ਘੱਟ ਗਿਆ, ਅਤੇ ਕਰੰਟ ਕੀ ਹੁੰਦਾ ਹਮੇਸ਼ਾ ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ ਫਲੋ ਕਰਦਾ। ਯਾਦ ਰੱਖਿਓ, ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ ਫਲੋ ਕਰਦਾ। ਨਾਰਮਲ ਕੰਡੀਸ਼ਨ ਦੇ ਵਿੱਚ ਇੱਧਰ ਪੋਟੈਂਸ਼ੀਅਲ ਜ਼ਿਆਦਾ ਸੀ, ਇੱਧਰ ਪੋਟੈਂਸ਼ੀਅਲ ਘੱਟ ਸੀ, ਕਰੰਟ ਕਿਹੜਾ ਸੀ ਲੈਫਟ ਤੋਂ ਰਾਈਟ ਫਲੋ ਕਰ ਰਿਹਾ ਸੀ। ਬਟ ਹੁਣ ਫਾਲਟ ਆ ਗਿਆ, ਫਾਲਟ ਆਉਣ 'ਤੇ ਪੋਟੈਂਸ਼ੀਅਲ ਇੱਧਰਲੀ ਸਾਈਡ 'ਤੇ ਵੱਧ ਗਿਆ, ਇੱਧਰਲੀ ਸਾਈਡ 'ਤੇ ਪੋਟੈਂਸ਼ੀਅਲ ਵਧਣ ਕਰਕੇ ਕੀ ਆ, ਕਰੰਟ ਨੇ ਬੈਕ ਆਉਣਾ, ਠੀਕ ਆ। ਬੈਕ ਆਇਆ, ਹੁਣ ਕਰੰਟ ਪਹਿਲਾਂ ਮੰਨ ਲਓ 100 ਐਂਪੀਅਰ ਕਰੰਟ ਜਾ ਰਿਹਾ ਸੀ, ਠੀਕ ਹੈ। ਬਟ ਜਦੋਂ ਫਾਲਟ ਆ ਗਿਆ, ਫਾਲਟ ਦੇ ਵਿੱਚ ਕਰੰਟ ਦੀ ਵੈਲਿਊ ਕੀ ਹੋਈ, ਵੱਧ ਗਈ, 150 ਐਂਪੀਅਰ ਆ ਗਈ। ਸੋ ਹੁਣ 150 ਐਂਪੀਅਰ ਦੇ ਵਿੱਚ ਕੀ ਆ, ਫਾਲਟ ਦੀ ਵੈਲਿਊ ਨਾਰਮਲ 100 ਹੋਣੀ ਚਾਹੀਦੀ ਸੀਗੀ ਕਰੰਟ ਦੀ ਵੈਲਿਊ, ਬਟ ਹੁਣ 150 ਆ ਗਈ ਆ। ਉਸ ਟਾਈਮ 'ਤੇ ਕੀ ਹੋਣਾ, ਮੇਰੀ ਜਿਹੜੀ ਇਹ ਰਿਲੇ ਆ ਨਾ ਇਹਦੇ ਵਿੱਚ ਇੰਨੀ ਕੁ ਮਤਲਬ ਕਿ EMF ਇੰਡਿਊਸ ਹੋਣੀ ਜਾਂ ਪਾਵਰ ਬਣ ਜਾਣੀ ਕਿ ਜਿਹੜਾ ਪਲੰਜਰ ਆ ਨਾ ਇਹ ਆਪਣਾ ਇੱਧਰ ਨੂੰ ਮੂਵ ਕਰਕੇ ਲੈਫਟ ਸਾਈਡ ਨੂੰ ਮੂਵ ਹੋ ਜਾਣਾ ਅਤੇ ਕੰਟੈਕਟ ਇਹਨੇ ਜੋੜ ਦੇਣੇ ਆ। ਬਾਕੀ ਇਹਦੀ ਲੋਕੇਸ਼ਨ ਲੈਫਟ ਜਾਂ ਰਾਈਟ ਕੋਈ ਵੀ ਹੋ ਸਕਦੀ, ਜ਼ਰੂਰੀ ਨਹੀਂ ਲੈਫਟ ਨੂੰ ਮੂਵ ਕਰਨਾ, ਇਹ ਡਿਪੈਂਡ ਕਰਦਾ ਤੁਹਾਡੀ ਰਿਲੇ ਕਿਸ ਤਰੀਕੇ ਦੀ ਆ ਜਾਂ ਰਿਲੇ ਕੋਇਲ ਦੀ ਤੁਹਾਡੀ ਪੋਜੀਸ਼ਨ ਕੀ ਆ। ਬਟ ਮੇਨ ਜਿਹੜਾ ਕੰਮ ਆ ਉਹ ਇਹ ਆ ਕਿ ਜਦੋਂ ਵੀ ਫਾਲਟ ਆਇਆ ਇਹ ਰਿਲੇ ਜਿਹੜੀ ਆ ਇਹਦਾ ਪਲੰਜਰ ਕੀ ਹੋਣਾ, ਕਲੋਜ਼ ਹੋ ਜਾਣਾ। ਹੁਣ ਜਦੋਂ ਇਸ ਰਿਲੇ ਦਾ ਪਲੰਜਰ ਕਲੋਜ਼ ਹੋਇਆ ਉਸ ਟਾਈਮ 'ਤੇ ਮੇਰਾ ਜਿਹੜਾ ਸਰਕਿਟ ਆ ਟ੍ਰਿਪ ਕੋਇਲ ਦਾ ਕੰਪਲੀਟ ਹੋ ਗਿਆ। ਹੁਣ ਜਦੋਂ ਮੇਰਾ ਟ੍ਰਿਪ ਕੋਇਲ ਦਾ ਸਰਕਿਟ ਕੰਪਲੀਟ ਹੋ ਗਿਆ ਉਸ ਟਾਈਮ 'ਤੇ ਆ ਜਿਹੜੀ ਟ੍ਰਿਪ ਕੋਇਲ ਆ ਇਹਨੇ ਵੀ ਆਪਰੇਟ ਕਰਨਾ ਅਤੇ ਸਰਕਿਟ ਬ੍ਰੇਕਰ ਮੇਰਾ ਓਪਨ ਹੋ ਜਾਣਾ। ਦੁਬਾਰਾ ਰਿਪੀਟ ਕਰਦਾ, ਨਾਰਮਲ ਕੰਡੀਸ਼ਨ 'ਚ ਕਰੰਟ ਜਿਹੜਾ ਇੰਨਾ ਨਹੀਂ ਹੋਣਾ ਕਿ ਰਿਲੇ ਕੋਇਲ ਆਪਰੇਟ ਹੋ ਸਕੇ। ਫਾਲਟੀ ਕੰਡੀਸ਼ਨ 'ਚ ਕਰੰਟ ਦੀ ਵੈਲਿਊ ਵੱਧ ਗਈ, ਰਿਲੇ ਕੋਇਲ ਆਪਰੇਟ ਹੋਈ, ਠੀਕ ਆ ਕੰਟੈਕਟ ਜੁੜ ਗਏ ਆਪਸ 'ਚ, ਸਰਕਿਟ ਮੇਰਾ ਕੰਪਲੀਟ ਹੋ ਗਿਆ ਜਦੋਂ ਕੰਟੈਕਟ ਜੁੜ ਗਏ, ਕਿਉਂਕਿ ਅੱਗੇ ਓਪਨ ਸੀਗਾ ਇਸ ਕਰਕੇ ਸਰਕਿਟ ਨਹੀਂ ਸੀ ਕੰਪਲੀਟ। ਹੁਣ ਮੇਰਾ ਕੀ ਹੋਇਆ, ਹੁਣ ਮੇਰੇ ਕੋਲ ਕੀ ਹੋਇਆ, ਜਿਹੜਾ ਆਹ ਸਰਕਿਟ ਸੀਗਾ ਆਹ ਵਾਲਾ ਇੱਥੇ, ਇਹ ਕੀ ਹੋਇਆ, ਇਹ ਸਰਕਿਟ ਮੇਰਾ ਕਲੋਜ਼ ਹੋ ਗਿਆ, ਠੀਕ ਹੈ। ਇਹ ਸਰਕਿਟ ਮੇਰਾ ਕਲੋਜ਼ ਹੋ ਗਿਆ। ਇਹ ਸਰਕਿਟ ਕਲੋਜ਼ ਹੋਣ ਨਾਲ ਕੀ ਹੋਇਆ, ਜਿਹੜੀ ਟ੍ਰਿਪ ਕੋਇਲ ਸੀਗੀ ਮੇਰੀ, ਇਹ ਟ੍ਰਿਪ ਕੋਇਲ ਜਿਹੜੀ ਹੈ ਇਹਨੇ ਕੀ ਹੋਣਾ, ਆਪਰੇਟ ਹੋ ਜਾਣਾ, ਠੀਕ ਆ। ਹੁਣ ਟ੍ਰਿਪ ਕੋਇਲ ਮੇਰੀ ਆਪਰੇਟ ਹੋ ਗਈ ਤਾਂ ਇਹ ਕੀ ਹੋਣਾ, ਇਹ ਜਿਹੜੇ ਕੰਟੈਕਟ ਆ ਇਹਨਾਂ ਨੇ ਪਿੱਛੇ ਨੂੰ ਮੂਵ ਕਰਨਾ, ਇੱਧਰਲੀ ਸਾਈਡ ਨੂੰ ਇਹਨਾਂ ਨੇ ਮੂਵ ਕਰਨਾ। ਸੋ ਜਦੋਂ ਇਹ ਪਿੱਛੇ ਨੂੰ ਮੂਵ ਕੀਤੇ ਆਹ ਸਰਕਿਟ ਇੱਥੋਂ ਮੇਰਾ ਓਪਨ ਹੋ ਗਿਆ ਅਤੇ ਅੱਗੇ ਕਰੰਟ ਜਾਣਾ ਬੰਦ ਹੋ ਗਿਆ। ਸੋ ਇਹ ਇੱਕ ਸਿੰਪਲ ਜਿਹਾ ਜਿਹੜਾ ਹੁੰਦਾ ਨਾ ਸਵਿਚ ਗੇਅਰ ਦਾ ਅਰੇਂਜਮੈਂਟ ਹੁੰਦਾ, ਜਾਂ ਕਹਿ ਲਓ ਵੀ ਫੀਡਰ ਨੂੰ ਪ੍ਰੋਟੈਕਸ਼ਨ ਦੇਣ ਦਾ ਜਿਹੜਾ ਹੁੰਦਾ, ਇਹ ਇੱਕ ਸਿੰਪਲ ਜਿਹਾ ਅਰੇਂਜਮੈਂਟ ਹੁੰਦਾ ਜਿੱਥੋਂ ਆਪਾਂ ਕੀ ਕਰਦੇ ਹਾਂ, ਆਪਣੇ ਫੀਡਰ ਨੂੰ ਜਿਹੜਾ ਔਨ ਆਫ ਵੀ ਕਰ ਸਕਦੇ, ਫਾਲਟੀ ਕੰਡੀਸ਼ਨ 'ਚ ਆਟੋਮੈਟੀਕਲੀ ਵੀ ਬੰਦ ਹੋ ਜਾਂਦਾ। ਹੁਣ ਜਿਹਨੂੰ ਮੈਂ ਉਹਨੂੰ ਆਪਣੇ ਆਪ ਮੰਨ ਲਓ ਫੀਡਰ ਨੂੰ ਬੰਦ ਕਰਨਾ ਤਾਂ ਮੈਂ ਜਿਹੜੀ ਰਿਲੇ ਕੋਇਲ ਆ ਉੱਥੇ ਇੱਕ ਸਵਿਚ ਹੁੰਦਾ, ਉਹ ਸਵਿਚ ਨੂੰ ਆਪਣੇ ਆਪ ਰੋਟੇਟ ਕਰਕੇ ਲੈਫਟ ਜਾਂ ਰਾਈਟ ਨੂੰ ਪੋਜੀਸ਼ਨਿੰਗ ਹੁੰਦੀ ਆ ਉਹਦੀ, ਲੈਫਟ ਸਾਈਡ ਨੂੰ ਮੋਸਟਲੀ ਬੰਦ ਹੁੰਦਾ, ਰਾਈਟ ਨੂੰ ਔਨ ਹੁੰਦਾ। ਸੋ ਲੈਫਟ ਸਾਈਡ ਨੂੰ ਕਰਕੇ ਉਹਨੂੰ ਮੈਂ ਆਪਣੇ ਆਪ ਵੀ ਜਿਹੜਾ ਹੁੰਦਾ ਨਾ ਸਰਕਿਟ ਬ੍ਰੇਕਰ ਨੂੰ ਬੰਦ ਕਰ ਸਕਦਾ ਜੇ ਅੱਗੇ ਮੈਂ ਕੋਈ ਮੇਨਟੇਨੈਂਸ ਵਗੈਰਾ ਲਾਈਨ 'ਤੇ ਕਰਨੀ ਹੋਵੇ। ਸੋ ਤੁਹਾਨੂੰ ਅੰਡਰਸਟੈਂਡ ਹੋ ਗਿਆ ਹੋਣਾ ਜਿਹੜਾ ਮੇਨ ਕਨਸੈਪਟ ਹੁੰਦਾ ਸਵਿਚ ਗੇਅਰ ਦਾ, ਕਿ ਸਵਿਚ ਗੇਅਰ ਦੀ ਜਿਹੜੀ ਅਸੈਂਬਲੀ ਹੈ ਜਾਂ ਸਵਿਚ ਗੇਅਰ ਦਾ ਜਿਹੜਾ ਸਿਸਟਮ ਹੁੰਦਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਕੰਮ ਕਰਦਾ। ਸੋ ਇਹ ਬੇਸਿਕ ਵਰਕਿੰਗ ਹੁੰਦੀ ਹੈ, ਸਕੀਮੈਟਿਕ ਅਰੇਂਜਮੈਂਟ ਆ, ਇਹਨੂੰ ਡਰੋ ਜ਼ਰੂਰ ਕਰ ਲਈਓ। ਬੇਸਿਕ ਆ ਇਹਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਵੀ ਇਹ ਕਿੱਦਾਂ ਕੰਮ ਕਰਦਾ, ਕਿਉਂਕਿ ਨੋਰਮਲੀ ਹਰ ਸਬ ਸਟੇਸ਼ਨ ਦੇ ਉੱਪਰ ਜਿਹੜਾ ਇਹ ਚੀਜ਼ਾਂ ਯੂਜ਼ ਹੁੰਦੀਆਂ ਹੀ ਨੇ, ਅਤੇ ਇਹ ਬੇਸਿਕ ਆ ਬਿਲਕੁਲ। ਹੁਣ ਆਪਣੇ ਕੋਲ ਜਿਹੜੀਆਂ ਮੇਨ ਜਿਹੜੀਆਂ ਤਿੰਨ ਚੀਜ਼ਾਂ ਜਿਹੜੀਆਂ ਯੂਜ਼ ਹੁੰਦੀਆਂ ਸਰਕਿਟ ਬ੍ਰੇਕਰ 'ਤੇ, ਇੱਕ ਸਵਿਚ, ਆਈਸੋਲੇਟਰ ਅਤੇ ਸਰਕਿਟ ਬ੍ਰੇਕਰ ਸਬ ਸਟੇਸ਼ਨ ਦੇ ਉੱਪਰ ਆਪਾਂ ਯੂਜ਼ ਕਰਦੇ ਹਾਂ। ਤਿੰਨ ਚੀਜ਼ਾਂ ਨੇ, ਇਹਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ, ਕਿਉਂਕਿ ਇਹ ਸਾਰੀਆਂ ਸਵਿਚਿੰਗ ਡਿਵਾਈਸਿਸ ਹੀ ਆ, ਠੀਕ ਆ। ਸਵਿਚ ਹੋ ਗਿਆ, ਆਈਸੋਲੇਟਰ ਹੋ ਗਿਆ, ਸਰਕਿਟ ਬ੍ਰੇਕਰ, ਸਵਿਚਿੰਗ ਡਿਵਾਈਸਿਸ ਆ, ਸਵਿਚ ਗੇਅਰ ਦਾ ਪਾਰਟ ਆ ਇਹ, ਇਹਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਫਰਕ ਹੁੰਦਾ ਤਿੰਨਾਂ ਦੇ ਵਿੱਚ। ਸੋ ਜਿਹੜਾ ਸਵਿਚ ਹੁੰਦਾ ਆ, ਸਭ ਤੋਂ ਪਹਿਲਾਂ ਆਪਾਂ ਸਵਿਚ ਦੇ ਬਾਰੇ ਸਟੱਡੀ ਕਰਦੇ ਹਾਂ ਵੀ ਸਵਿਚ ਕੀ ਚੀਜ਼ ਆ। ਸੋ ਸਵਿਚ ਜਿਹੜਾ ਹੁੰਦਾ ਇਹ ਇੱਕ ਡਿਵਾਈਸ ਹੁੰਦੀ ਆ ਜਿਹੜੀ ਕੀ ਕਰਦੀ ਆ, ਸਰਕਿਟ ਨੂੰ ਮੇਕ ਔਰ ਬ੍ਰੇਕਸ ਯਾਨੀ ਕਿ ਜਾਂ ਜੋੜਦੀ ਆ ਜਾਂ ਤੋੜਦੀ ਆ ਅੰਡਰ, ਇਹ ਚੀਜ਼ ਯਾਦ ਰੱਖਿਓ, ਅੰਡਰ ਫੁੱਲ ਲੋਡ ਔਰ ਨੋ ਲੋਡ ਕੰਡੀਸ਼ਨ ਯੂਜ਼ਲੀ ਮੈਨੂਅਲੀ ਆਪਰੇਟਡ। ਸੋ ਜਿਹੜਾ ਸਵਿਚ ਹੁੰਦਾ ਆ ਇਹਦੇ ਬਾਰੇ ਤਿੰਨ ਚੀਜ਼ਾਂ ਤੁਹਾਨੂੰ ਪਤਾ ਲੱਗੀਆਂ, ਤੁਹਾਡੇ ਘਰਾਂ ਦੇ ਵਿੱਚ ਵੀ ਲੱਗਿਆ। ਇੱਕ ਤਾਂ ਇਹ ਸਵਿਚ ਜਿਹੜੇ ਹੁੰਦੇ ਆ ਮੈਨੂਅਲੀ ਆਪਰੇਟਡ ਹੁੰਦੇ ਆ। ਸੈਕਿੰਡ, ਇਹ ਕੀ ਕਰਦੇ ਆ, ਸਰਕਿਟ ਨੂੰ ਜੋੜਦੇ ਆ ਜਾਂ ਤੋੜਦੇ ਆ ਫੁੱਲ ਲੋਡ ਕੰਡੀਸ਼ਨ 'ਚ ਵੀ ਅਤੇ ਨੋ ਲੋਡ ਕੰਡੀਸ਼ਨ ਦੇ ਵਿੱਚ ਵੀ, ਠੀਕ ਆ। ਯਾਨੀ ਕਿ ਮੰਨ ਲਓ ਤੁਸੀਂ ਆਪਣਾ ਇੱਕ ਤੁਹਾਡੇ ਘਰੇ ਫੈਨ ਆ, ਤੁਸੀਂ ਉਹ ਫੈਨ ਜਿਹੜਾ ਆ ਉਹਨੂੰ ਉਤਾਰ ਦਿਆ ਹੋਇਆ ਆ, ਠੀਕ ਆ, ਯਾਨੀ ਕਿ ਨੋ ਲੋਡ ਲੋਡ ਹੈ ਨਹੀਂ ਗਾ ਉਸ ਸਵਿਚ ਦੇ ਉੱਪਰ, ਉਦੋਂ ਵੀ ਮੈਂ ਉਹਨੂੰ ਔਨ ਆਫ ਕਰ ਸਕਦਾ। ਅਤੇ ਜਦੋਂ ਫੈਨ ਜਿਹੜਾ ਆ ਮੇਰਾ ਨਾਲ ਅਟੈਚਡ ਆ, ਉਹਨੂੰ ਫੁੱਲ ਸਪੀਡ ਦੇ ਉੱਪਰ ਮੈਂ ਕੀਤਾ ਹੋਇਆ, ਫੁੱਲ ਲੋਡ ਦੇ ਉੱਪਰ ਆ ਸਵਿਚ, ਉਦੋਂ ਵੀ ਮੈਂ ਉਹਨੂੰ ਕੀ ਕਰ ਸਕਦਾ, ਔਨ ਜਾਂ ਔਫ ਕਰ ਸਕਦਾ। ਬਟ ਹਾਂ ਇਹ ਚੀਜ਼ ਯਾਦ ਰੱਖਿਓ, ਸਿਰਫ ਔਨ ਅਤੇ ਔਫ ਕਰ ਸਕਦਾ, ਫਾਲਟੀ ਕੰਡੀਸ਼ਨ 'ਚ ਇਹ ਆਪਰੇਟੇਬਲ ਨਹੀਂ ਹੁੰਦੇ, ਠੀਕ ਆ। ਫਾਲਟੀ ਕੰਡੀਸ਼ਨ 'ਚ ਆਪਣੇ ਆਪ ਆਪਰੇਟ ਨਹੀਂ ਹੁੰਦੇ, ਇਹ ਸਿਰਫ ਸਵਿਚਿੰਗ ਡਿਵਾਈਸ ਹੀ ਹੁੰਦੀ ਆ। ਇਹ ਜਿਹੜਾ ਮੇਰੇ ਕੋਲ ਸਵਿਚ ਹੁੰਦਾ, ਸਿਰਫ ਕੀ ਹੁੰਦਾ, ਸਵਿਚਿੰਗ ਡਿਵਾਈਸ ਹੀ ਹੁੰਦੀ ਆ। ਸੈਕਿੰਡ ਮੇਰੇ ਕੋਲ ਆ ਜਾਂਦਾ ਆਈਸੋਲੇਟਰ। ਆਹ ਦੇਖੋ, ਆਹ ਹੁੰਦਾ ਵੀ ਆਈਸੋਲੇਟਰ,
ਠੀਕ ਆ। ਇਹ ਹਰ ਸਬ ਸਟੇਸ਼ਨ ਦੇ ਉੱਪਰ ਲੱਗੇ ਹੀ ਹੁੰਦੇ ਆ। ਜਦੋਂ ਵੀ ਜਿੱਥੋਂ ਵੀ 66 ਕੇਵੀ ਦੀ ਇਨਕਮਿੰਗ ਦੀ ਸਪਲਾਈ ਆਉਂਦੀ ਆ ਜਾਂ 11 ਕੇਵੀ ਦੀ ਆਊਟਗੋਇੰਗ ਦੀ ਸਪਲਾਈ ਹੁੰਦੀ ਨਾ, ਤੇ ਜਾਂ ਟਰਾਂਸਫਾਰਮਰ ਦੇ ਜਨਰਲੀ ਆਲੇ ਦੁਆਲੇ, ਬਟ ਮੋਸਟਲੀ ਜਿਹੜਾ ਜਿੱਥੇ 66 ਕੇਵੀ ਦੀ ਸਪਲਾਈ ਆਉਂਦੀ ਆ, ਇਨਕਮਿੰਗ ਦੀ ਸਪਲਾਈ ਹੁੰਦੀ ਨਾ, ਉੱਥੇ ਆਪਾਂ ਆਈਸੋਲੇਟਰ ਜਿਹੜੇ ਆ ਲਗਾਏ ਹੁੰਦੇ ਆ। ਸੋ ਇਹ ਹਰ ਸਬ ਸਟੇਸ਼ਨ 'ਤੇ ਹੁੰਦੇ ਆ। ਸੋ ਇਹ ਕੀ ਹੁੰਦੇ ਆ, ਇਹ ਉਹ ਡਿਵਾਈਸ ਹੁੰਦੀ ਆ ਜਿਹੜੀ ਓਪਨ ਜਾਂ ਕਲੋਜ਼ ਕਰਦੀ ਆ ਕੰਟੈਕਟ ਨੂੰ ਅੰਡਰ ਓਨਲੀ ਨੋ ਲੋਡ ਕੰਡੀਸ਼ਨ, ਓਨਲੀ ਅੰਡਰ ਨੋ ਲੋਡ ਕੰਡੀਸ਼ਨ, ਯਾਨੀ ਕਿ ਇਹ ਸਿਰਫ ਨੋ ਲੋਡ ਕੰਡੀਸ਼ਨ 'ਤੇ ਹੀ ਆਪਰੇਟ ਕਰਦੇ ਆ ਜਿਹੜੇ ਆਈਸੋਲੇਟਰਸ ਹੁੰਦੇ ਆ। ਸੋ ਇਹ ਸਰਕਟ ਬ੍ਰੇਕਰ ਦੇ ਦੋਨੋਂ ਸਾਈਡ 'ਤੇ ਵੀ ਲੱਗਦੇ ਆ, ਬਟ ਮੋਸਟਲੀ ਜਿਹੜਾ ਆ ਅੱਜ ਕੱਲ੍ਹ ਦੇ ਟਾਈਮ 'ਤੇ ਆਪਾਂ ਕੀ ਕਰਦੇ ਹਾਂ, ਸਰਕਟ ਬ੍ਰੇਕਰ ਦੇ ਦੋਨੋਂ ਸਾਈਡ 'ਤੇ ਲਗਾਉਣ ਦੀ ਬਜਾਏ ਆਪਾਂ ਇਹਨੂੰ 66 ਕੇਵੀ ਇਨਕਮਿੰਗ 'ਤੇ ਹੀ ਲਗਾਉਂਦੇ ਆ। ਸੋ ਇਹਦੇ ਵਿੱਚ ਆ ਦੇਖੋ, ਇਹਦਾ ਜਿਹੜਾ ਸੈਂਟਰ ਵਾਲਾ ਪਾਰਟ ਹੁੰਦਾ ਨਾ, ਸੈਂਟਰ ਵਾਲਾ ਪਾਰਟ ਇਹਦਾ ਰੋਟਰੀ ਹੁੰਦਾ, ਯਾਨੀ ਕਿ ਉਹ ਰੋਟੇਟ ਕਰਦਾ ਇਹ। ਤੇ ਆਹ ਦੇਖੋ ਇੱਕ ਕੰਟੈਕਟ ਜਿਹੜਾ ਹੈ ਇਹਦੇ ਅੰਦਰ ਗਿਆ ਹੋਇਆ, ਦੂਸਰਾ ਸੇਮ ਇਦਾਂ ਦਾ ਹੀ ਕੰਟੈਕਟ ਜਿਹੜਾ ਹੈ ਉਹਦੇ ਪਰਲੇ ਪਾਸੇ ਬਣਿਆ ਹੋਊਗਾ, ਪਿਛਲੀ ਸਾਈਡ ਤੇ ਬਣਿਆ ਹੋਊਗਾ। ਸੋ ਇਹ ਨਾ ਰੋਟੇਟ ਕਰਦਾ ਆ, ਠੀਕ ਹੈ। ਇਹ ਮੋਟਰ ਦੇ ਨਾਲ ਆਪਰੇਟਡ ਵੀ ਹੋ ਸਕਦਾ ਜਿਹੜਾ ਸੈਂਟਰ ਵਾਲਾ ਪਾਰਟ ਆ, ਜਾਂ ਫਿਰ ਇਹ ਮੈਨੂਅਲੀ ਆਪਰੇਟਡ ਵੀ ਹੋ ਸਕਦਾ, ਦੋਨਾਂ ਚੋਂ ਕਿਸੇ ਤਰੀਕੇ ਨਾਲ ਵੀ ਹੋ ਸਕਦਾ। ਮੋਸਟਲੀ ਮੈਨੂਅਲੀ ਆਪਰੇਟਡ ਹੁੰਦਾ ਇਹ, ਜਿੱਥੇ ਵੋਲਟੇਜ ਬਹੁਤ ਜ਼ਿਆਦਾ ਹੋਵੇ ਉੱਥੇ ਹੁੰਦਾ ਇਹ ਮੋਟਰ ਦੇ ਨਾਲ ਆਪਰੇਟ ਹੁੰਦਾ, ਕਿਉਂਕਿ ਮੈਨੂਅਲੀ ਆਪਾਂ ਉਹਨੂੰ ਤੇਜ਼ ਨਹੀਂ ਕਰ ਸਕਦੇ ਓਪਨ, ਇਹਨੂੰ ਤੇਜ਼ ਓਪਨ ਕਰਨਾ ਹੁੰਦਾ ਥੋੜ੍ਹਾ ਜਿਹਾ। ਭਾਵੇਂ ਇਹਨੂੰ ਨੋ ਲੋਡ 'ਤੇ ਓਪਨ ਕਰਨਾ ਹੁੰਦਾ ਤਾਂ ਵੀ ਇਹਦੇ ਵਿੱਚ ਕੀ ਹੁੰਦਾ, ਬਹੁਤ ਜ਼ਿਆਦਾ ਸਪਾਰਕ ਪ੍ਰੋਡਿਊਸ ਹੋ ਜਾਂਦੀ ਹੈ ਨੋ ਲੋਡ ਦੇ ਉੱਪਰ ਵੀ, ਕਿਉਂਕਿ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੁੰਦਾ ਨਾ ਜਿੱਥੇ ਆਪਾਂ ਇਹਨੂੰ ਯੂਜ਼ ਕਰਨਾ। ਸੋ ਇਹਦੇ ਵਿੱਚ ਕੀ ਹੁੰਦਾ, ਜਦੋਂ ਵੀ ਆਪਾਂ ਇਹਨੂੰ ਆਪਰੇਟ ਕਰਦੇ ਨਾ, ਜਿਹੜਾ ਆਹ ਵਾਲਾ ਕੰਟੈਕਟ ਆ ਰਾਈਟ ਸਾਈਡ ਤੋਂ, ਇਹ ਜਿਹੜਾ ਹੁੰਦਾ ਅੱਗੇ ਨੂੰ ਮੂਵ ਕਰ ਜਾਂਦਾ, ਤੇ ਆਹ ਵਾਲਾ ਕੰਟੈਕਟ ਜਿਹੜਾ ਹੁੰਦਾ ਇੱਧਰੋਂ ਬਾਹਰ ਆ ਜਾਂਦਾ, ਯਾਨੀ ਕਿ ਆਪਾਂ ਕਹਿ ਸਕਦੇ ਵੀ ਐਂਟੀ ਕਲੌਕਵਾਈਜ਼ ਜਿਹੜਾ ਹੁੰਦਾ ਨਾ, ਇਹਦੀ ਰੋਟੇਸ਼ਨ ਹੁੰਦੀ ਹੈ ਐਂਟੀ ਕਲੌਕਵਾਈਜ਼। ਓਪਨ ਹੋਣਾ ਜਦੋਂ ਇਹਨੂੰ ਆਪਾਂ ਓਪਨ ਕਰਨਾ, ਉਹਦੀ ਜਿਹੜੀ ਰੋਟੇਸ਼ਨ ਹੋਣੀ ਆ ਉਹ ਐਂਟੀ ਕਲੌਕਵਾਈਜ਼ ਹੋ ਜਾਣੀ ਆ, ਤੇ ਜਦੋਂ ਆਪਾਂ ਇਹਨੂੰ ਕਲੋਜ਼ ਕਰਨਾ ਉਦੋਂ ਇਹਦੀ ਜਿਹੜੀ ਰੋਟੇਸ਼ਨ ਹੋਣੀ ਆ ਉਹ ਕੀ ਹੋਣੀ ਆ, ਕਲੌਕਵਾਈਜ਼ ਰੋਟੇਸ਼ਨ ਹੋ ਜਾਣੀ ਆ। ਸੋ ਐਂਟੀ ਕਲੌਕਵਾਈਜ਼ ਓਪਨ ਹੋ ਗਿਆ, ਤੇ ਕਲੌਕਵਾਈਜ਼ ਇਹਨੇ ਕੀ ਹੋਣਾ ਆ, ਕਲੋਜ਼ ਹੋ ਜਾਣਾ। ਯੂਜ਼ ਕਿੱਥੇ ਯੂਜ਼ ਕਰਨਾ ਕਦੋਂ, ਸਿਰਫ ਨੋ ਲੋਡ ਕੰਡੀਸ਼ਨ 'ਤੇ। ਜੇ ਆਪਾਂ ਇਹਨੂੰ ਲੋਡ 'ਤੇ ਓਪਨ ਕੀਤਾ ਤਾਂ ਇਹਦੇ ਕੰਟੈਕਟ ਸੜ ਜਾਣੇ ਆ, ਠੀਕ ਆ, ਤੇ ਮੇਰੀ ਜਿਹੜੀ ਅੱਗੇ ਲਾਈਨ ਆ ਉਹਨੂੰ ਵੀ ਨੁਕਸਾਨ ਹੋ ਸਕਦਾ। ਇਸ ਕਰਕੇ ਕਦੀ ਵੀ ਇਹਨੂੰ ਫੁੱਲ ਲੋਡ 'ਤੇ ਨਹੀਂ ਆਪਰੇਟ ਕਰਦੇ, ਕਿਉਂਕਿ ਤੁਸੀਂ ਖੁਦ ਸੋਚੋ ਕਿ ਆਪਾਂ ਮੰਨ ਲਓ 11 kV ਦਾ ਟਰਾਂਸਫਾਰਮਰ ਆਪਣੇ ਜਿਹੜੇ ਮਹੱਲਿਆਂ ਦੇ ਵਿੱਚ ਲੱਗੇ ਹੁੰਦੇ, ਜਦੋਂ ਆਪਾਂ ਉਹਨੂੰ ਓਪਨ ਕਰ ਦਿੰਦੇ ਆ ਲੋਡ ਦੇ ਉੱਪਰ, ਤਾਂ ਉੱਥੇ ਕਿੰਨੀ ਸਪਾਰਕ ਪ੍ਰੋਡਿਊਸ ਹੁੰਦੀ ਆ। ਤੇ ਇਹ ਜਿਹੜੇ ਆਈਸੋਲੇਟਰ ਆ ਇਹ ਤਾਂ ਫਿਰ ਆਪਾਂ 66 kV ਜਾਂ 132 kV ਜਾਂ 220 kV 'ਤੇ ਵੀ ਯੂਜ਼ ਕਰਦੇ ਆ, 400 kV 'ਤੇ ਵੀ ਯੂਜ਼ ਕਰਦੇ। ਸੋ ਜੇ ਆਪਾਂ ਇਹਨੂੰ ਲੋਡ ਦੇ ਉੱਪਰ ਓਪਨ ਕਰਨ ਲੱਗ ਪਏ ਤਾਂ ਜਿਹੜਾ ਆਪਰੇਟਰ ਆ, ਜਿਹੜਾ ਇਹਨੂੰ ਆਪਰੇਟ ਕਰਨਾ ਉਦੋਂ ਵੀ ਉਹਨੂੰ ਵੀ ਨੁਕਸਾਨ ਹੋ ਸਕਦਾ, ਕਿਉਂਕਿ ਇੰਨੀ ਜ਼ਿਆਦਾ EMF ਬਣਨੀ ਆ ਕਿ ਜਿਹੜਾ ਆਪਰੇਟਿੰਗ ਮਕੈਨਿਜ਼ਮ ਆ ਉਹਦੇ ਵਿੱਚ ਵੀ ਆਪਣਾ ਕਰੰਟ ਇੰਡਿਊਸ ਹੋ ਕੇ, ਤੇ ਜਿਹੜਾ ਵੀ ਪਰਸਨ ਇਹਨੂੰ ਆਪਰੇਟ ਕਰ ਲਿਆ ਉਹਨੂੰ ਵੀ ਸ਼ੌਕ ਲੱਗ ਸਕਦਾ। ਇਸ ਕਰਕੇ ਇਹਨੂੰ ਜਿਹੜਾ ਹੁੰਦਾ ਹਮੇਸ਼ਾ ਨੋ ਲੋਡ 'ਤੇ ਹੀ ਆਪਰੇਟ ਕਰਨਾ ਹੁੰਦਾ। ਸੋ ਤੁਸੀਂ YouTube ਦੇ ਉੱਪਰ ਵੀਡੀਓਜ਼ ਵੀ ਦੇਖ ਸਕਦੇ ਹੋ ਕਾਫੀ, ਜਿੱਥੇ ਇਹਨੂੰ ਨੋ ਲੋਡ 'ਤੇ ਆਪਰੇਟ ਕਰਨ ਤੋਂ ਬਾਅਦ ਵੀ ਕਾਫੀ ਜਿਹੜੀ ਆ ਉੱਥੇ ਸਪਾਰਕ ਜਿਹੜੀ ਹੁੰਦੀ ਪ੍ਰੋਡਿਊਸ ਹੁੰਦੀ ਆ, ਕਾਫੀ ਆਰਕ ਪ੍ਰੋਡਿਊਸ ਹੁੰਦੀ ਆ। ਆਰਕ ਮਤਲਬ ਕਰੰਟ ਬਣੇ ਰਹਿਣ ਦੀ ਕੋਸ਼ਿਸ਼ ਕਰਦਾ, ਉਹਦੇ ਕਰਕੇ ਆਰਕ ਪ੍ਰੋਡਿਊਸ ਹੁੰਦੀ, ਲਾਈਟਨਿੰਗ ਵਰਗੀ ਹੁੰਦੀ ਦੇਖਣ ਨੂੰ ਉਹ। ਸੋ ਤੁਸੀਂ ਦੇਖਿਆ ਵੀ ਹੋਣੀਆਂ ਸ਼ਾਇਦ ਕਾਫੀ ਵੀਡੀਓ, ਸੋ ਤੁਸੀਂ ਦੇਖ ਵੀ ਸਕਦੇ ਹੋ ਜੇ ਨਹੀਂ ਦੇਖਿਆ ਤਾਂ। ਸੋ ਇਸ ਕਰਕੇ ਇਹਦਾ ਖਿਆਲ ਰੱਖਣਾ ਹੁੰਦਾ ਕਿ ਇਹਨੂੰ ਸਿਰਫ ਤੇ ਸਿਰਫ ਨੋ ਲੋਡ ਕੰਡੀਸ਼ਨ ਚਲਾਉਣਾ ਹੁੰਦਾ। ਤੁਹਾਨੂੰ ਕੰਪੀਟੀਟਿਵ ਐਗਜ਼ਾਮ 'ਚ ਜਾਂ ਉੱਦਾਂ ਕੁਐਸਚਨ ਵੀ ਪੁੱਛ ਸਕਦੇ ਆ ਕਿ ਜਿਹੜਾ ਆਈਸੋਲੇਟਰ ਹੁੰਦਾ ਉਹ ਕਿਸ ਕੰਡੀਸ਼ਨ 'ਚ ਆਪਰੇਟ ਹੁੰਦਾ, ਫੁੱਲ ਲੋਡ, ਨੋ ਲੋਡ ਜਾਂ ਅੰਡਰ ਹਾਫ ਲੋਡ, ਠੀਕ ਹੈ। ਸੋ ਉਹਦਾ ਆਨਸਰ ਜਿਹੜਾ ਹੋਣਾ ਨੋ ਲੋਡ ਹੀ ਹੋਣਾ, ਹਮੇਸ਼ਾ ਆਈਸੋਲੇਟਰ ਨੂੰ ਨੋ ਲੋਡ 'ਤੇ ਹੀ ਆਪਰੇਟ ਕਰਦੇ ਹਾਂ ਆਪਾਂ। ਇਹ ਹੁੰਦੇ ਆਪਣੇ ਕੋਲ ਆਈਸੋਲੇਟਰ। ਨੈਕਸਟ ਮੇਰੇ ਕੋਲ ਆ ਜਾਂਦੇ ਆ ਸਰਕਟ ਬ੍ਰੇਕਰ। ਹੁਣ ਸਰਕਟ ਬ੍ਰੇਕਰ ਜਿਹੜੇ ਹੁੰਦੇ ਆ ਨੇ ਸਭ ਤੋਂ ਮੇਨ ਪਾਰਟ ਹੁੰਦੇ ਆ ਆਪਣੇ ਸਬ ਸਟੇਸ਼ਨ ਦੇ, ਕਿਉਂਕਿ ਜਿਹੜੀ ਸਵਿਚਿੰਗ ਜਾਂ ਆਪਣੀ ਪ੍ਰੋਟੈਕਸ਼ਨ ਦੀ ਜਿਹੜੀ ਨੀਡ ਹੁੰਦੀ ਆ ਨਾ, ਉਹ ਸਰਕਟ ਬ੍ਰੇਕਰ ਹੀ ਪੂਰਾ ਕਰਦਾ। ਸੋ ਸਰਕਟ ਬ੍ਰੇਕਰ ਦੀ ਕੀ ਹੁੰਦੀ ਆ ਆਪਣੇ ਕੋਲ ਡੈਫੀਨੇਸ਼ਨ, ਇਟ ਇਜ਼ ਅ ਡਿਵਾਈਸ ਵਿਚ ਮੇਕਸ ਔਰ ਬ੍ਰੇਕ ਦਾ ਸਰਕਟ ਅੰਡਰ ਨੋ ਲੋਡ, ਫੁੱਲ ਲੋਡ ਔਰ ਫਾਲਟੀ ਕੰਡੀਸ਼ਨ। ਇਟ ਕੈਨ ਬੀ ਮੈਨੂਅਲੀ ਆਪਰੇਟਡ ਇਨ ਨਾਰਮਲ ਕੰਡੀਸ਼ਨ ਐਂਡ ਆਟੋਮੈਟਿਕ ਇਨ ਅਬਨੋਰਮਲ ਕੰਡੀਸ਼ਨ, ਠੀਕ ਆ। ਸੋ ਤਿੰਨ ਕੰਮ ਹੁੰਦੇ ਮੇਨ ਇਹਦੇ, ਮੇਕਸ ਔਰ ਬ੍ਰੇਕ ਦਾ ਸਰਕਟ ਮੈਨੂਅਲੀ ਔਰ ਆਟੋਮੈਟਿਕਲੀ ਔਰ ਬਾਈ ਰਿਮੋਟ ਕੰਟਰੋਲ। ਯਾਨੀ ਕਿ ਸਰਕਟ ਬ੍ਰੇਕਰ ਨੂੰ ਆਪਾਂ ਸਰਕਟ ਨੂੰ ਜੋੜਨ ਜਾਂ ਤੋੜਨ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਯਾਨੀ ਕਿ ਕਹਿ ਲਓ ਸਿੰਪਲੀ ਔਨ ਜਾਂ ਆਫ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਜਾਂ ਫਿਰ ਇਹ ਕੀ ਆ, ਔਰ ਮੈਨੂਅਲੀ ਵੀ ਆਪਰੇਟ ਹੋ ਸਕਦੇ ਆ, ਆਟੋਮੈਟਿਕਲੀ ਵੀ ਆਪਰੇਟ ਹੋ ਸਕਦੇ, ਜਾਂ ਰਿਮੋਟ ਕੰਟਰੋਲ ਵੀ ਹੋ ਸਕਦਾ। ਰਿਮੋਟ ਕੰਟਰੋਲ ਮਤਲਬ ਕਿ ਮੈਂ ਜਲੰਧਰ ਬੈਠੇ ਕੀ ਆ ਆਪਣੇ ਕਪੂਰਥਲੇ ਦੇ ਸਬ ਸਟੇਸ਼ਨ ਦੇ ਜਿਹੜੇ ਫੀਡਰ ਆ ਉਹਨਾਂ ਨੂੰ ਔਨ ਜਾਂ ਆਫ ਕਰ ਸਕਦਾ। ਐਕਚੁਅਲ ਦੇ ਵਿੱਚ ਇੰਪਲੀਮੈਂਟ ਹੋ ਵੀ ਰਿਹਾ ਆ ਆਪਣੇ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਾਲੇ ਜਿਹੜੇ ਏਰੀਆ ਨਾ, ਉੱਥੇ ਸਕਾਡਾ ਸਿਸਟਮ ਆਪਾਂ ਇੰਪਲੀਮੈਂਟ ਕਰ ਰਹੇ ਹਾਂ ਆਪਣੇ ਸਬ ਸਟੇਸ਼ਨਸ ਦੇ ਅੰਦਰ। ਸੋ ਸਕਾਡਾ ਸਿਸਟਮ ਦੇ ਵਿੱਚ ਇਹੀ ਆ ਕਿ ਜਲੰਧਰ ਆਪਣੇ ਚੁਗੱਟੀ ਬਾਈਪਾਸ ਜਿਹੜਾ ਹੈ ਨਾ, ਉੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇੱਕ ਆਫਿਸ ਆ, ਉੱਥੇ ਇੱਕ ਕੰਟਰੋਲ ਸੈਂਟਰ ਆ। ਉਹ ਕੰਟਰੋਲ ਸੈਂਟਰ ਤੋਂ ਮੈਂ ਕੀ ਕਰਦਾ ਆ, ਜਿੰਨੇ ਵੀ ਜਲੰਧਰ ਦੇ ਸਬ ਸਟੇਸ਼ਨਸ ਨੇ ਉਹਨਾਂ ਨੂੰ ਉੱਥੇ ਬੈਠੇ ਮੈਂ ਔਨ ਆਫ ਕਰ ਸਕਦਾ, ਠੀਕ ਆ। ਸੋ ਰਿਮੋਟ ਕੰਟਰੋਲ ਜਿਹੜਾ ਇਹ ਐਕਚੁਅਲ ਦੇ ਵਿੱਚ ਆਪਾਂ ਇੰਪਲੀਮੈਂਟ ਕਰ ਰਹੇ ਹਾਂ। ਇਹ ਚੀਜ਼ਾਂ ਹੁੰਦੇ ਟਾਈਮ ਦੇ ਉੱਪਰ ਆਪਣਾ ਜਿਹੜਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਆ ਬਹੁਤ ਵਧੀਆ ਇਨੀਸ਼ੀਏਟਿਵਸ ਲੈ ਰਿਹਾ ਹੈ ਇੱਦਾਂ ਦੀਆਂ ਚੀਜ਼ਾਂ ਦੇ, ਆਟੋਮੈਟਿਕ ਕਰ ਰਿਹਾ ਇਹਨਾਂ ਚੀਜ਼ਾਂ ਨੂੰ। ਸੋ ਅੰਦਰ ਜਿਹੜੇ ਸਬ ਸਟੇਸ਼ਨ ਆ ਉਹ ਜਿਹੜੇ ਆ ਕਾਫੀ ਐਡਵਾਂਸ ਜਿਹੜੇ ਆ ਟੈਕਨੀਕਸ ਆਪਾਂ ਉੱਥੇ ਯੂਜ਼ ਕਰ ਰਹੇ ਹਾਂ ਆਪਣੇ ਇੱਥੇ ਵੀ। ਸੈਕਿੰਡ ਕੰਮ ਕੀ ਹੁੰਦਾ ਸਰਕਟ ਬ੍ਰੇਕਰ ਦਾ,
breaks the circuit automatically under abnormal or faulty condition. So make or break the circuit under normal condition, ठीक है, तो break the circuit automatically under abnormal, यानी कि abnormal condition यानी कि कोई भी fault आ ਗਿਆ ਸਿਸਟਮ ਦੇ ਵਿੱਚ ਅੱਗੇ ਲਾਈਨ ਦੇ ਵਿੱਚ ਤਾਂ ਉਹ ਕੀ ਕਰਦੇ ਕੀ ਆ ਸਰਕਟ ਬ੍ਰੇਕਰ ਆਟੋਮੈਟਿਕਲੀ ਕੀ ਕਰਦਾ ਆ ਓਪਨ ਕਰ ਦਿੰਦਾ ਸਿਸਟਮ ਨੂੰ। ਮੇਕ ਦਾ ਸਰਕਟ ਥਰਡ ਕੀ ਹੈ, ਮੇਕ ਦਾ ਸਰਕਟ ਮੈਨੂਅਲੀ ਔਰ ਬਾਈ ਰਿਮੋਟ ਅੰਡਰ ਫਾਲਟ ਕੰਡੀਸ਼ਨ। ਹੁਣ ਦੇਖੋ ਇਹ ਥਰਡ ਜਿਹੜਾ ਹੈ ਨਵਾਂ ਪੁਆਇੰਟ ਵਿੱਚ ਇੱਕ ਐਡ ਹੋ ਗਿਆ ਕਿ ਫਾਲਟੀ ਕੰਡੀਸ਼ਨ ਦੇ ਵਿੱਚ ਵੀ ਆਪਾਂ ਇਹਨੂੰ ਔਨ ਕਰ ਸਕਦੇ ਹਾਂ। ਸਬ ਸਟੇਸ਼ਨ ਦੇ ਵਿੱਚ ਜਦੋਂ ਆਪਾਂ ਕਰਦੇ ਹਾਂ ਤੁਸੀਂ ਕਿਤੇ ਜਾਓਗੇ ਮੰਨ ਲਓ ਫਾਲਟ ਤੇ ਫੀਡਰ ਬੰਦ ਹੋਇਆ ਤਾਂ ਉਹ ਕਹਿੰਦੇ ਵੀ ਇੱਕ ਟਰਾਈ ਲੈ ਲਓ, ਠੀਕ ਆ। ਉਸ ਉਹ ਟਰਾਈ ਦਾ ਕੀ ਮਤਲਬ ਹੁੰਦਾ ਹੈ ਕਿ ਫਾਲਟੀ ਆਪਾਂ ਨੂੰ ਨਹੀਂ ਪਤਾ ਫਾਲਟ ਅੱਗੇ ਕਲੀਅਰ ਹੋਇਆ ਕਿ ਨਹੀਂ ਹੋਇਆ, ਤੁਸੀਂ ਟਰਾਈ ਲੈ ਕੇ ਦੇਖ ਲਓ ਜੀ ਫੀਡਰ ਚੱਲਦਾ ਕਿ ਨਹੀਂ ਚੱਲਦਾ। ਜੇ ਤਾਂ ਫਾਲਟ ਨਾ ਹੋਇਆ ਜਾਂ ਆਪਣੇ ਆਪ ਰਿਮੂਵ ਹੋ ਗਿਆ ਫਾਲਟ, ਠੀਕ ਆ, ਤਾਂ ਫਿਰ ਤਾਂ ਫੀਡਰ ਚੱਲ ਪੂਗਾ। ਅਤੇ ਜੇ ਨਾ ਮੇਰੇ ਕੋਲ ਫਾਲਟ ਕਲੀਅਰ ਹੋਇਆ ਤਾਂ ਉਹ ਜਿਹੜਾ ਸਰਕਟ ਬ੍ਰੇਕਰ ਆ ਫੀਡਰ ਦੇ ਵਿੱਚ ਬੇਸਿਕਲੀ ਸਰਕਟ ਬ੍ਰੇਕਰ ਹੀ ਹੁੰਦਾ। ਸੋ ਉਹ ਜਿਹੜਾ ਫੀਡਰ ਆ ਜਾਂ ਸਰਕਟ ਬ੍ਰੇਕਰ ਆ ਉਹ ਕੀ ਹੋਣਾ ਆਪਣੇ ਆਪ ਬੰਦ ਹੋ ਜਾਣਾ। ਸੋ ਇਹ ਸਰਕਟ ਬ੍ਰੇਕਰ ਜਿਹੜੇ ਹੁੰਦੇ ਆ ਕੈਪੇਬਲ ਹੁੰਦੇ ਆ ਕਿ ਇਹ ਫਾਲਟੀ ਕੰਡੀਸ਼ਨ 'ਚ ਵੀ ਆਪਾਂ ਇਹਨਾਂ ਨੂੰ ਔਨ ਕਰ ਸਕਦੇ ਹਾਂ। ਜਿੱਦਾਂ ਹੁਣ ਮੰਨ ਲਓ ਆਪਣੇ ਘਰਾਂ 'ਚ ਛੋਟੇ ਸਵਿੱਚ ਆ, ਜਦੋਂ ਆਪਾਂ ਇਹਨਾਂ ਨੂੰ ਫਾਲਟੀ ਕੰਡੀਸ਼ਨ 'ਚ ਔਨ ਕਰਦੇ ਹਾਂ ਇਹ ਖਰਾਬ ਹੋ ਜਾਂਦੇ ਆ, ਠੀਕ ਆ। ਬਟ ਜਿਹੜੇ MCB ਹੁੰਦੇ ਆ, MCB ਨੂੰ ਕੀ ਆ ਜਦੋਂ ਫਾਲਟੀ ਕੰਡੀਸ਼ਨ 'ਚ ਆਪਾਂ ਔਨ ਕਰਦੇ ਹਾਂ ਨਾ MCB ਫਿਰ ਟ੍ਰਿਪ ਕਰ ਜਾਂਦੇ, ਫਿਰ ਆਪਾਂ ਔਨ ਕਰੀਏ ਫਿਰ ਟ੍ਰਿਪ ਕਰ ਜਾਂਦੇ, ਠੀਕ ਆ। ਸੋ ਉੱਦਾਂ ਹੀ ਜਿੱਦਾਂ ਘਰਾਂ 'ਚ MCB ਹੁੰਦੇ ਆ ਉੱਦਾਂ ਹੀ ਇਹ ਫੀਡਰ ਆਪਣੇ ਸਰਕਟ ਬ੍ਰੇਕਰ ਵੀ ਹੁੰਦੇ ਆ। ਜਦੋਂ ਵੀ ਆਪਾਂ ਇਹਨਾਂ ਨੂੰ ਫਾਲਟੀ ਕੰਡੀਸ਼ਨ 'ਤੇ ਵੀ ਔਨ ਕਰ ਲਈਏ ਤਾਂ ਵੀ ਇਹ ਇਹਨਾਂ 'ਚ ਕੈਪੇਬਿਲਿਟੀ ਹੁੰਦੀ ਆ ਕਿ ਇਹ ਸੜਦੇ ਨਹੀਂ ਆ, ਇਹ ਬੰਦ ਹੋ ਜਾਂਦੇ ਆ, ਠੀਕ ਆ। ਸੋ ਤਿੰਨ ਇਹਦੇ ਮੇਨ ਕੰਮ ਹੁੰਦੇ ਆ ਸਰਕਟ ਬ੍ਰੇਕਰ ਦੇ। ਇੱਕ ਤਾਂ ਇਹ ਜਿਹੜਾ ਨੋਰਮਲ ਕੰਡੀਸ਼ਨ 'ਚ ਮੇਕਸ ਬ੍ਰੇਕ ਕਰਦਾ ਸਰਕਟ ਨੂੰ, ਆਟੋਮੈਟਿਕਲੀ ਅਬਨੋਰਮਲ ਕੰਡੀਸ਼ਨ 'ਚ ਬ੍ਰੇਕ ਕਰ ਦਿੰਦਾ, ਅਤੇ ਸਰਕਟ ਨੂੰ ਜਿਹੜਾ ਆ ਫਾਲਟੀ ਕੰਡੀਸ਼ਨ ਦੇ ਵਿੱਚ ਵੀ ਆਪਾਂ ਕੀ ਕਰਦੇ ਹਾਂ ਜੋੜ ਸਕਦੇ ਹਾਂ ਜਾਂ ਚਲਾ ਸਕਦੇ ਹਾਂ, ਦੇਖ ਸਕਦੇ ਹਾਂ। ਸੋ MCB ਆਹ ਦੇਖੋ ਆਹ ਹੁੰਦੇ ਆ ਆਪਣੇ ਸਬ ਸਟੇਸ਼ਨ ਦੇ ਉੱਪਰ ਨਾ ਇੱਦਾਂ ਫੀਡਰ ਲੱਗੇ ਹੁੰਦੇ, ਜਿੱਦਾਂ ਇੱਥੇ 10 ਜਾਂ 15 ਜਿਹੜੇ ਆ ਨਾ ਕੈਬਿਨ ਬਣੇ ਹੋਏ ਆ। ਇਹ ਸਾਰੇ ਮੇਰੇ ਕੋਲ ਫੀਡਰ ਨੇ ਅਲੱਗ-ਅਲੱਗ ਤਰ੍ਹਾਂ ਦੇ। ਜਿੱਦਾਂ ਇੱਕ ਏਰੀਆ ਦਾ ਫੀਡਰ ਆ ਹੋਊਗਾ, ਏਰੀਆ ਫੇਸ 1 ਦਾ ਫੀਡਰ ਆ, ਫੇਸ 2 ਦਾ, ਫੇਸ 3 ਦਾ, ਫੇਸ 4 ਦਾ, ਇੱਦਾਂ ਅਲੱਗ-ਅਲੱਗ ਨੇਮ ਹੋਣਗੇ ਫੀਡਰ ਦੇ। ਜੇ ਮੰਨ ਲਓ ਕੋਈ ਇੰਡਸਟਰੀ ਚੱਲਦੀ ਆ ਤਾਂ ਉਹ ਇੰਡਸਟਰੀ ਦੇ ਨਾਮ ਦੇ ਉੱਪਰ ਇੱਕ ਫੀਡਰ ਹੁੰਦਾ। ਜਿੱਦਾਂ ਮੰਨ ਲਓ ਵੇਰਕਾ ਮਿਲਕ ਪਲਾਂਟ ਚੱਲ ਰਿਹਾ ਮੇਰੇ ਇਸ ਫੀਡਰ ਤੋਂ, ਤਾਂ ਇਹਦਾ ਨਾਮ ਕੀ ਹੋਊਗਾ ਵੇਰਕਾ ਮਿਲਕ ਪਲਾਂਟ ਫੀਡਰ ਹੋਊਗਾ। ਉਹ ਨੇਮ ਇਸ ਕਰਕੇ ਰੱਖ ਦਿੰਦੇ ਤਾਂ ਕਿ ਕੱਲ੍ਹ ਨੂੰ ਮੰਨ ਲਓ ਉਸ ਫੀਡਰ ਦੇ ਉੱਪਰ ਮੈਂ ਕੰਮ ਕਰਨਾ ਤਾਂ ਆਹ ਵਾਲਾ ਜਿਹੜੀ ਲਾਈਨ ਹੈ ਮੈਨੂੰ ਪਤਾ ਲੱਗ ਜਾਏ ਵੀ ਹਾਂ ਵੀ ਇਹ ਵਾਲਾ ਜਿਹੜਾ ਫੀਡਰ ਆ ਜਾਂ ਇਹ ਸਰਕਟ ਬ੍ਰੇਕਰ ਜਿਹੜਾ ਹੈ ਇਹ ਉਸ ਲਾਈਨ ਦਾ ਹੈ, ਮੇਰਾ ਵੇਰਕਾ ਮਿਲਕ ਪਲਾਂਟ ਚੱਲਦਾ ਇੱਥੋਂ, ਅਤੇ ਉੱਥੋਂ ਮੈਂ ਕੀ ਆ ਈਜ਼ੀਲੀ ਇਹਨੂੰ ਆਫ ਕਰਕੇ ਆਪਣਾ ਜਿਹੜਾ ਅੱਗੇ ਕੰਮ ਜਿਹੜਾ ਕਰਨਾ ਲਾਈਨ 'ਤੇ ਕਰ ਸਕਦਾ। ਸਰਕਟ ਬ੍ਰੇਕਰ ਜਿਹੜਾ ਹੁੰਦਾ ਮੇਨਲੀ ਅੰਦਰੋਂ ਦੇਖਣ ਇੱਦਾਂ ਦਾ ਹੁੰਦਾ, ਅੰਦਰੋਂ ਦੇਖਣ ਲਈ ਇਹ ਤਾਂ ਉਹਦੀ ਆਊਟਰ ਬਾਡੀ ਹੋ ਗਈ ਨਾ। ਇਹਦੇ ਉੱਪਰਲੇ ਪਾਸੇ ਜਿਹੜੀ ਹੁੰਦੀ ਆ ਰਿਲੇ ਹੁੰਦੀ ਆ, ਥੱਲੇ ਇੱਕ ਟਰੋਲੀ ਹੁੰਦੀ ਆ, ਅਤੇ ਆਹ ਮੇਰੇ ਕੋਲ ਮੇਨ ਸਰਕਟ ਬ੍ਰੇਕਰ ਹੁੰਦਾ, ਠੀਕ ਆ। ਸੋ ਅੰਦਰੋਂ ਦੇਖਣ ਨੂੰ ਇੱਦਾਂ ਹੁੰਦਾ, ਇਹ ਵੈਕਿਊਮ ਸਰਕਟ ਬ੍ਰੇਕਰ ਹੈ ਐਕਚੁਅਲੀ। ਅੱਜ ਕੱਲ੍ਹ ਜਿੰਨੇ ਵੀ ਮੇਰੇ ਸਬ ਸਟੇਸ਼ਨ ਆ ਉੱਥੇ ਸਾਰਾ ਆਪਾਂ ਵੈਕਿਊਮ ਸਰਕਟ ਬ੍ਰੇਕਰ ਹੀ ਯੂਜ਼ ਕਰਦੇ। ਦੂਸਰੇ ਸਰਕਟ ਬ੍ਰੇਕਰ ਜਿਹੜੇ 에ਅਰ ਬਲਾਸਟ ਹੋ ਗਏ, ਆਇਲ ਹੋ ਗਏ, ਉਹ ਵੀ ਪੜ੍ਹਨੇ ਆਪਾਂ ਅੱਗੇ ਜਾ ਕੇ, ਉਹ ਆਪਾਂ ਘੱਟ ਯੂਜ਼ ਕਰਦੇ ਹਾਂ। ਅੱਗੇ ਹੁਣ ਦੇਖੋ ਜਦੋਂ ਵੀ ਮੇਰਾ ਸਰਕਟ ਬ੍ਰੇਕਰ ਜਿਹੜਾ ਹੈ ਇਹ ਓਪਨ ਹੋਣਾ ਆ, ਹੁਣ ਦੇਖੋ ਨੋਰਮਲ ਆਪਾਂ ਸਵਿੱਚ ਵੀ ਆ, ਜੇ ਆਪਾਂ ਸਵਿੱਚ ਨੂੰ ਵੀ ਔਨ ਆਫ ਕਰਦੇ ਤੁਸੀਂ ਦੇਖਿਓ ਕਦੀ ਉੱਥੇ ਜਦੋਂ ਆਪਾਂ ਲੋਡ ਦੇ ਉੱਪਰ ਸਵਿੱਚ ਨੂੰ ਬੰਦ ਕਰਦੇ ਹਾਂ ਨਾ, ਜੇ ਆਪਾਂ ਡਰਿਲ ਵਗੈਰਾ ਚਲਾਈ ਹੋਵੇ ਜਾਂ ਕੁਛ ਵੀ ਕਰਦੇ ਹਾਂ ਤਾਂ ਉੱਥੇ ਵੀ ਸਪਾਰਕਿੰਗ ਹੁੰਦੀ ਆ ਸਵਿੱਚ ਦੇ ਉੱਪਰ, ਠੀਕ ਹੈ। ਜਾਂ ਫਿਰ ਆਪਾਂ ਕੋਈ ਜ਼ਿਆਦਾ ਲੋਡ ਵਾਲੀ ਚੀਜ਼ ਆਪਾਂ ਚਲਾਉਂਦੇ ਹਾਂ, ਗੀਜ਼ਰ ਚਲਾਉਂਦੇ ਹਾਂ, ਗੀਜ਼ਰ ਨੂੰ ਜਦੋਂ ਆਪਾਂ ਨੋਰਮਲ ਸਵਿਚ ਆਫ ਕਰਦੇ ਹਾਂ ਉੱਥੇ ਸਪਾਰਕਿੰਗ ਹੁੰਦੀ ਆ, ਠੀਕ ਆ। ਸੋ ਉਹ ਕੀ ਆ ਨੋਰਮਲ ਸਪਲਾਈ ਆ, ਉਹ 5 ਐਂਪੀਅਰ ਕਰੰਟ ਜਾਂ 6 ਐਂਪੀਅਰ ਕਰੰਟ ਆ। ਬਟ ਇੱਥੇ ਦੇਖੋ ਹੁਣ ਤੁਸੀਂ ਇੱਥੇ ਇੱਕ ਤਾਂ 11 kV ਉੱਪਰੋਂ ਕਰੰਟ ਤੁਹਾਡਾ 200 ਜਾਂ 300 ਐਂਪੀਅਰ ਵੀ ਹੋ ਸਕਦਾ, ਅਤੇ ਇੱਥੇ ਦੇਖੋ ਕਿੰਨੀ ਸਪਾਰਕਿੰਗ ਪ੍ਰੋਡਿਊਸ ਹੁੰਦੀ ਹੋਊਗੀ, ਠੀਕ ਆ। ਸੋ ਆਪਣਾ ਜਿਹੜਾ ਸਰਕਟ ਬ੍ਰੇਕਰ ਨੂੰ ਬਣਾਉਣ ਦਾ ਮੇਨ ਮਕਸਦ ਹੁੰਦਾ ਨਾ ਉਹ ਇਹ ਹੁੰਦਾ ਕਿ ਆਪਣਾ ਉੱਥੇ ਸਪਾਰਕਿੰਗ ਨਾ ਹੋਵੇ ਜਦੋਂ ਵੀ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੋਣੇ, ਕਿਉਂਕਿ ਕੰਟੈਕਟ ਤਾਂ ਇੱਕ ਦੂਜੇ ਤੋਂ ਅਲੱਗ ਈਜ਼ੀਲੀ ਆਪਾਂ ਕਰ ਸਕਦੇ ਹਾਂ, ਬਟ ਕੰਟੈਕਟ ਹੋਣ 'ਤੇ ਅਲੱਗ ਹੋਣ 'ਤੇ ਜਿਹੜੀ ਸਪਾਰਕਿੰਗ ਪ੍ਰੋਡਿਊਸ ਹੁੰਦੀ ਹੈ ਨਾ ਉਹ ਸਪਾਰਕ ਨੂੰ ਜਾਂ ਉਸ ਆਰਕ ਨੂੰ ਖ਼ਤਮ ਕਰਨਾ ਜਿਹੜਾ ਹੁੰਦਾ ਉਹ ਇੱਕ ਮੇਨ ਚੈਲੰਜ ਹੁੰਦਾ ਆਪਣੇ ਵਾਸਤੇ। ਉਹ ਚੈਲੰਜ ਨੂੰ ਦੇਖਦੇ ਹੋਏ ਹੀ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਸਰਕਟ ਬ੍ਰੇਕਰ ਜਿਹੜੇ ਇੰਜੀਨੀਅਰਸ ਵੱਲੋਂ ਡਿਜ਼ਾਈਨ ਕੀਤੇ ਗਏ ਸੀ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਪਤਾ ਹੋਣਾ ਚਾਹੀਦਾ ਕਿ ਜਿਹੜੀ ਇਹ ਆਰਕ ਹੁੰਦੀ ਹੈ ਆਰਕ ਪ੍ਰੋਡਿਊਸ ਕਿੱਦਾਂ ਹੁੰਦੀ ਹੈ, ਕਿੱਦਾਂ ਇਹ ਆਰਕ ਜਿਹੜੀ ਹੈ ਕੰਮ ਕਰਦੀ ਹੈ। ਸੋ ਜਦੋਂ ਵੀ ਆਪਣੇ ਕੋਲ ਕੀ ਹੁੰਦਾ ਆ ਸ਼ਾਰਟ ਸਰਕਟ ਹੁੰਦਾ ਆ, ਸ਼ਾਰਟ ਸਰਕਟ 'ਤੇ ਹੋਣ 'ਤੇ ਕੀ ਹੁੰਦਾ ਬਹੁਤ ਜ਼ਿਆਦਾ ਕਰੰਟ ਜਿਹੜਾ ਹੁੰਦਾ ਕੰਟੈਕਟ ਦੇ ਥਰੂ ਕੀ ਹੁੰਦਾ ਫਲੋ ਕਰਦਾ ਸਰਕਟ ਬ੍ਰੇਕਰ ਦੇ। ਜਦੋਂ ਵੀ ਓਪਨ ਹੋਣ ਤੋਂ ਪਹਿਲਾਂ, ਠੀਕ ਆ, ਸਰਕਟ ਬ੍ਰੇਕਰ ਦੇ ਓਪਨ ਹੋਣ ਤੋਂ ਪਹਿਲਾਂ ਕੀ ਹੁੰਦਾ ਬਹੁਤ ਜ਼ਿਆਦਾ ਕਰੰਟ ਜਿਹੜਾ ਹੁੰਦਾ ਨਾ ਉਹ ਫਲੋ ਕਰਦਾ। ਸੋ ਬਹੁਤ ਜ਼ਿਆਦਾ ਕਰੰਟ ਫਲੋ ਹੁੰਦਾ ਜਦੋਂ ਸਰਕਟ ਬ੍ਰੇਕਰ ਨੂੰ ਸਿਗਨਲ ਮਿਲ ਜਾਂਦਾ ਕਿ ਹਾਂ ਵੀ ਕਰੰਟ ਜਿਹੜਾ ਨਾਰਮਲ ਵੈਲਿਊ ਤੋਂ ਜ਼ਿਆਦਾ ਹੈ ਅਤੇ ਹੁਣ ਜਿਹੜੇ ਆ ਕੰਟੈਕਟ ਓਪਨ ਹੋਣੇ ਚਾਹੀਦੇ, ਯਾਨੀ ਕਿ ਸਿਸਟਮ ਜਿਹੜਾ ਮੇਰਾ ਬੰਦ ਹੋਣਾ ਚਾਹੀਦਾ। ਜਿੱਦਾਂ ਆਪਣੇ ਕੋਲ ਆ ਦੇਖੋ ਇੱਥੇ ਆਪਾਂ ਪੜ੍ਹਿਆ ਸੀਗਾ ਕਿ ਜਦੋਂ ਵੀ ਕਰੰਟ ਦੀ ਵੈਲਿਊ ਵੱਧ ਜਾਂਦੀ ਹੈ ਇੱਕ ਸਿਗਨਲ ਮਿਲ ਜਾਂਦਾ ਟ੍ਰਿਪ ਕੋਇਲ ਨੂੰ। ਸਿਗਨਲ ਕਿੱਦਾਂ ਮਿਲਦਾ ਕੰਟੈਕਟ ਜੁੜ ਜਾਂਦੇ ਆ। ਸੋ ਟ੍ਰਿਪ ਕੋਇਲ ਜਿਹੜੀ ਹੈ ਸਰਕਟ ਬ੍ਰੇਕਰ ਦੇ ਕੰਟੈਕਟ ਓਪਨ ਕਰਦੀ ਆ। ਸੋ ਜਦੋਂ ਵੀ ਕਰੰਟ ਦੀ ਵੈਲਿਊ ਬਹੁਤ ਜ਼ਿਆਦਾ ਵੱਧ ਗਈ ਆ ਅਤੇ ਉਸ ਟਾਈਮ 'ਤੇ ਕੀ ਹੋਣਾ ਸਰਕਟ ਬ੍ਰੇਕਰ ਦੇ ਕੰਟੈਕਟ ਜਿਹੜੇ ਹੋਣੇ ਆ ਉਹ ਓਪਨ ਹੋਣੇ ਆ। ਜਦੋਂ ਉਹ ਕੰਟੈਕਟ ਇੱਕਦਮ ਓਪਨ ਹੋਏ ਉਸ ਟਾਈਮ ਕੀ ਹੋਣਾ ਜਿਹੜਾ ਕੰਟੈਕਟ ਏਰੀਆ ਹੋਣਾ ਨਾ ਉਹ ਕੀ ਹੋਣਾ ਡਿਕਰੀਜ਼ ਹੋਣਾ ਇੱਕਦਮ। ਆਹ ਦੇਖੋ
ਜਦੋਂ ਵੀ ਇੰਸਟੈਂਟ ਦੇ ਉੱਪਰ ਕੰਟੈਕਟ ਜਿਹੜੇ ਆ ਉਹ ਸੈਪਰੇਟ ਹੋਏ ਤਾਂ ਕੰਟੈਕਟ ਦਾ ਜਿਹੜਾ ਏਰੀਆ ਹੋਣਾ ਉਹ ਡਿਕਰੀਜ਼ ਹੋਣਾ ਰੈਪਿਡਲੀ, ਯਾਨੀ ਕਿ ਜਿਹੜਾ ਕੰਟੈਕਟ ਬਣਿਆ ਹੋਇਆ ਆ ਉਹ ਓਬਵੀਅਸਲੀ ਗੱਲ ਆ, ਜਦੋਂ ਕੰਟੈਕਟ ਬਣਿਆ ਆ ਉਹ ਕੰਟੈਕਟ ਹੁਣ ਇੱਕ ਦੂਜੇ ਤੋਂ ਅਲੱਗ ਹੋ ਰਿਹਾ ਤਾਂ ਕੰਟੈਕਟ ਏਰੀਆ ਘਟ ਰਿਹਾ ਨਾ। ਜਿੰਨੇ ਏਰੀਆ 'ਚ ਕੰਟੈਕਟ ਹੋਇਆ ਸੀ ਉਹ ਏਰੀਆ ਘਟ ਰਿਹਾ ਹੈ ਕਿਉਂਕਿ ਕੰਟੈਕਟ ਇੱਕ ਦੂਜੇ ਤੋਂ ਦੂਰ ਜਾ ਰਹੇ ਆ। ਸੋ ਕੰਟੈਕਟ ਏਰੀਆ ਜਿਹੜਾ ਉਹ ਘਟਣਾ ਤੇ ਰੈਜ਼ਿਸਟੈਂਸ ਜਿਹੜੀ ਆ ਇਨਕਰੀਜ਼ ਹੋਣੀ, ਕਿਉਂਕਿ ਦੇਖੋ ਜਦੋਂ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੋਏ ਉਸ ਟਾਈਮ ਤੇ ਕੀ ਹੋਇਆ, ਉਹਨਾਂ ਦੇ ਵਿੱਚ ਏਅਰ ਆ ਗਈ। ਸੋ ਏਅਰ ਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਓਬਵੀਅਸਲੀ ਗੱਲ ਆ ਜ਼ਿਆਦਾ ਹੋਣੀ ਹੈ ਕੰਡਕਟਰ ਨਾਲੋਂ। ਸੋ ਰੈਜ਼ਿਸਟੈਂਸ ਵੱਧ ਗਈ ਤੇ ਉਹਦੇ ਕਰਕੇ ਕੀ ਹੋਇਆ, ਜਿਹੜਾ ਕਰੰਟ ਦੀ ਡੈਂਸਿਟੀ ਹੋਣੀ ਆ ਨਾ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਣੀ। ਕਰੰਟ ਦੀ ਡੈਂਸਿਟੀ ਵਧਣ ਦੇ ਨਾਲ ਕੀ ਹੋਣਾ, ਟੈਂਪਰੇਚਰ ਵੀ ਬਹੁਤ ਜ਼ਿਆਦਾ ਵੱਧ ਜਾਣਾ। ਠੀਕ ਆ, ਪੁਆਇੰਟ ਸਮਝ ਰਹੇ ਨਾ ਕੀ ਹੋ ਰਿਹਾ, ਜਦੋਂ ਵੀ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੋਏ ਉਹਨਾਂ ਦਾ ਜਿਹੜਾ ਕੰਟੈਕਟ ਏਰੀਆ ਸੀ ਉਹ ਘਟ ਗਿਆ। ਕੰਟੈਕਟ ਏਰੀਆ ਘਟਣ ਦਾ ਮਤਲਬ ਆ ਕਿ ਹੁਣ ਜਿੱਦਾਂ ਤੁਸੀਂ ਸਕੂਲ ਸੀਗੇ, ਸਕੂਲ ਦੇ ਵਿੱਚ ਤੁਸੀਂ ਆਪਣੇ ਫਰੈਂਡਸ 'ਚ ਜ਼ਿਆਦਾ ਕੰਟੈਕਟ ਦੇ ਵਿੱਚ ਹੁੰਦੇ, ਜਦੋਂ ਤੁਸੀਂ ਕੀ ਹੁੰਦੇ ਆ ਕਾਲਜ 'ਤੇ ਚੱਲ ਜਾਂਦੇ, ਤੁਹਾਡੇ ਫਰੈਂਡ ਕਿਸੇ ਹੋਰ ਕਾਲਜ 'ਚ ਚੱਲ ਗਿਆ, ਤੁਸੀਂ ਕਿਸੇ ਹੋਰ ਕਾਲਜ 'ਚ ਚੱਲ ਗਏ, ਤੁਹਾਡਾ ਕੰਟੈਕਟ ਘਟ ਗਿਆ ਨਾ ਇੱਕ ਦੂਜੇ ਦੇ ਨਾਲ। ਠੀਕ ਆ, ਸੋ ਕੰਟੈਕਟ ਕੀ ਹੋਇਆ, ਡਿਕਰੀਜ਼ ਹੋ ਗਿਆ ਤੁਹਾਡਾ ਇੱਕ ਦੂਜੇ ਦੇ ਨਾਲ। ਸੋ ਸਿਮਿਲਰਲੀ ਜਦੋਂ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੋਏ ਉਹਨਾਂ ਦਾ ਕੀ ਹੈ, ਕੰਟੈਕਟ ਏਰੀਆ ਜਿਹੜਾ ਸੀਗਾ ਉਹ ਡਿਕਰੀਜ਼ ਹੋ ਗਿਆ ਇੱਕਦਮ, ਕਿਉਂਕਿ ਬੜੀ ਤੇਜ਼ ਹੁੰਦਾ ਇਹ ਜਿਹੜਾ ਪ੍ਰੋਸੈਸ ਹੁੰਦਾ ਨਾ, ਮਿਲੀ ਸੈਕਿੰਡਸ ਦਾ ਪ੍ਰੋਸੈਸ ਹੁੰਦਾ ਹੈ। ਸੋ ਕੰਟੈਕਟ ਏਰੀਆ ਡਿਕਰੀਜ਼ ਹੋਇਆ, ਕੰਟੈਕਟ ਏਰੀਆ ਡਿਕਰੀਜ਼ ਹੋਣ ਕਰਕੇ ਕੀ ਹੋਇਆ, ਉਹਦੇ ਵਿੱਚ ਏਅਰ ਆ ਗਈ ਕੰਟੈਕਟ ਦੇ ਵਿੱਚ, ਉਹਦੇ ਕਰਕੇ ਕੀ ਹੋਇਆ, ਰੈਜ਼ਿਸਟੈਂਸ ਇਨਕਰੀਜ਼ ਹੋ ਗਈ। ਰੈਜ਼ਿਸਟੈਂਸ ਇਨਕਰੀਜ਼ ਹੋਈ ਉਹਦੇ ਕਰਕੇ ਕੀ ਹੋਇਆ, ਜਿਹੜਾ ਮੇਰਾ ਫਾਲਟ ਕਰੰਟ ਸੀਗਾ ਉਹ ਰੈਪਿਡਲੀ ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ, ਕਿਉਂਕਿ ਕਰੰਟ ਡੈਂਸਿਟੀ ਜਿਹੜੀ ਸੀਗੀ ਉੱਥੇ ਵੱਧ ਗਈ ਹੈ। ਉਹਦੇ ਕਰਕੇ ਕਰੰਟ ਡੈਂਸਿਟੀ ਵਧਣ ਦੇ ਨਾਲ ਕੀ ਹੋਣਾ, ਉੱਥੇ ਪ੍ਰੈਸ਼ਰ ਇਨਕਰੀਜ਼ ਹੋਣਾ। ਪ੍ਰੈਸ਼ਰ ਇਨਕਰੀਜ਼ ਹੁੰਦਾ ਜਿੱਥੇ, ਤਾਂ ਉੱਥੇ ਤੁਹਾਨੂੰ ਪਤਾ ਵੀ ਟੈਂਪਰੇਚਰ ਇਨਕਰੀਜ਼ ਹੁੰਦਾ। ਜਿੱਦਾਂ ਆਪਣੇ ਇੰਜਨ ਹੁੰਦੇ ਆ, ਇੰਜਨ ਦੇ ਵਿੱਚ ਕਹਿੰਦਾ ਡੀਜ਼ਲ ਇੰਜਨ ਦੇ ਵਿੱਚ ਜਿਹੜਾ ਹੁੰਦਾ ਆਪਾਂ ਕੰਪਰੈਸ ਕਰਦੇ ਹਾਂ ਏਅਰ ਨੂੰ, ਉਦੋਂ ਪ੍ਰੈਸ਼ਰ ਰੱਖਦੇ ਹਾਂ, ਜਦੋਂ ਪ੍ਰੈਸ਼ਰ ਬਣਦਾ ਉੱਥੇ ਏਅਰ ਉੱਥੇ ਜਿਹੜੀ ਹਵਾ ਹੁੰਦੀ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦੀ। ਸਿਮਿਲਰਲੀ ਇੱਥੇ ਵੀ ਜਦੋਂ ਪ੍ਰੈਸ਼ਰ ਇਨਕਰੀਜ਼ ਹੋਣਾ ਤਾਂ ਜਿਹੜੀ ਮੇਰੀ ਕੰਡਕਟ ਦੇ ਵਿੱਚ ਏਅਰ ਹੋਣੀ ਨਾ ਉੱਥੇ ਬਹੁਤ ਜ਼ਿਆਦਾ ਟੈਂਪਰੇਚਰ ਜਿਹੜਾ ਨਾ ਵੱਧ ਜਾਣਾ। ਸੋ ਟੈਂਪਰੇਚਰ ਰਾਈਜ਼ ਹੋ ਜਾਣਾ। ਸੋ ਜਿਹੜੀ ਹੀਟ ਪ੍ਰੋਡਿਊਸ ਹੋਈ ਆ ਦੋਨੋਂ ਮੀਡੀਅਮ ਦੇ ਵਿੱਚ, ਠੀਕ ਆ, ਜਾਂ ਏਅਰ ਵੀ, ਜੇ ਮੰਨ ਲਓ ਆਪਾਂ ਏਅਰ ਬਲਾਸਟ ਸਰਕਟ ਬ੍ਰੇਕਰ ਯੂਜ਼ ਕਰਦੇ ਹਾਂ ਤਾਂ ਏਅਰ ਆ, ਜਾਂ ਆਇਲ ਬਲਾਸਟ ਸਰਕਟ ਬ੍ਰੇਕਰ ਯੂਜ਼ ਕਰਦੇ ਹਾਂ ਤਾਂ ਉੱਥੇ ਆਇਲ ਆ। ਸੋ ਜਿਹੜੀ ਹੀਟ ਪ੍ਰੋਡਿਊਸ ਹੋਈ ਆ ਉਹ ਸਫੀਸ਼ੀਐਂਟ ਹੁੰਦੀ ਆ ਕਿ ਉਹ ਏਅਰ ਨੂੰ ਜਾਂ ਫਿਰ ਆਇਲ ਨੂੰ ਕੀ ਕਰੇ, ਵੇਪਰਾਈਜ਼ ਕਰ ਦੇਵੇ। ਠੀਕ ਆ, ਸੌਰੀ ਏਅਰ ਨੂੰ ਵੇਪਰਾਈਜ਼ ਨਹੀਂ ਆਪਾਂ ਕਰ ਸਕਦੇ, ਏਅਰ ਨੂੰ ਆਇਓਨਾਈਜ਼ ਕਰਦੇ ਹਾਂ। ਸੋ ਸਫੀਸ਼ੀਐਂਟ ਹੁੰਦੀ ਆ ਕਿ ਏਅਰ ਜਿਹੜੀ ਹੁੰਦੀ ਆ ਉਹ ਆਇਓਨਾਈਜ਼ ਹੋ ਜਾਵੇ ਅਤੇ ਜਿਹੜਾ ਆਇਲ ਹੁੰਦਾ ਨਾ ਉਹ ਉਹਦੇ ਕੀ ਹੁਣ ਵੇਪਰ ਬਣ ਜਾਣ, ਯਾਨੀ ਕਿ ਲਿਕੁਇਡ ਆ, ਲਿਕੁਇਡ ਦੇ ਵੇਪਰ ਬਣਨੇ ਹੁੰਦੇ ਆ। ਠੀਕ ਆ, ਸੋ ਉਹ ਇੰਨੀ ਕੁ ਸਫੀਸ਼ੀਐਂਟ ਹੁੰਦੀ ਆ ਕਿ ਏਅਰ ਨੂੰ ਆਇਓਨਾਈਜ਼ ਕਰਦੇ ਜਾਂ ਵੇਪਰਾਈਜ਼ ਕਰਦੇ, ਜਾਂ ਫਿਰ ਆਇਲ ਨੂੰ ਕੀ ਕਰੇ, ਆਇਓਨਾਈਜ਼ ਕਰ ਦੇਵੇ। ਠੀਕ ਆ, ਸੋ ਜਿਹੜਾ ਆਇਓਨਾਈਜ਼ ਮੇਰੀ ਏਅਰ ਆ ਜਾਂ ਜਿਹੜੇ ਵੇਪਰ ਬਣੇ ਆ ਉਹ ਕੀ ਕਰਦੇ, ਉਹ ਫਿਰ ਐਜ਼ ਅ ਕੰਡਕਟਰ ਐਕਟ ਕਰਦੇ ਆ। ਜਿਹੜਾ ਗੈਪ ਬਣਿਆ, ਗੈਪ ਦੇ ਵਿੱਚ ਜਿਹੜੀ ਮੇਰੀ ਏਅਰ ਆਇਓਨਾਈਜ਼ ਹੋਈ ਆ, ਉਹ ਆਇਓਨਾਈਜ਼ਡ ਮੀਡੀਅਮ ਜਿਹੜਾ ਆ ਨਾ ਫਿਰ ਉਹ ਕੰਮ ਕਰਦਾ ਆ ਕਿ ਕਰੰਟ ਜਿਹੜਾ ਆ ਉਹ ਚੱਲਦਾ ਰਹੇ ਅੱਗੇ ਤੋਂ ਅੱਗੇ। ਠੀਕ ਆ, ਕਰੰਟ ਜਿਹੜਾ ਆ ਮਤਲਬ ਕਿ ਖ਼ਤਮ ਨਾ ਹੋਵੇ ਇੱਕਦਮ, ਉਹ ਕਰੰਟ ਚੱਲਦਾ ਰਹੇ। ਉਹ ਕਰੰਟ ਜਿਹੜਾ ਆ ਚੱਲਣ ਦੀ ਜਦੋਂ ਕੋਸ਼ਿਸ਼ ਕਰਦਾ, ਜਾਂ ਫਿਰ ਜਿਹੜਾ ਕਰੰਟ ਜਿਹੜਾ ਕੰਟੈਕਟ ਬਣਾਏ ਰੱਖਣ ਦੀ ਕੋਸ਼ਿਸ਼ ਕਰਦਾ ਆ, ਉਸ ਟਾਈਮ ਕੀ ਹੁੰਦਾ, ਜਿਹੜੇ ਮੇਰੇ ਕੰਟੈਕਟ ਹੁੰਦੇ ਆ ਉੱਥੇ ਕੀ ਬਣਦੀ ਆ, ਆਰਕ ਬਣਦੀ ਆ। ਠੀਕ ਆ, ਉੱਥੇ ਕੀ ਬਣਦੀ ਆ, ਆਰਕ ਬਣਦੀ ਆ ਜਾਂ ਚਿੰਗਿਆਰੀ ਬਣਦੀ ਆ ਬਹੁਤ ਜ਼ਿਆਦਾ। ਸੋ ਉਹ ਚਿੰਗਿਆਰੀ ਜਿਹੜੀ ਜਿੰਨਾ ਜ਼ਿਆਦਾ ਪੋਟੈਂਸ਼ੀਅਲ ਡਿਫਰੈਂਸ ਹੋਊਗਾ ਉਨੀ ਜ਼ਿਆਦਾ ਜਿਹੜੀ ਸੌਰੀ ਜਿੰਨਾ ਜ਼ਿਆਦਾ ਕਰੰਟ ਹੋਊਗਾ ਉਨਾ ਜ਼ਿਆਦਾ ਕੀ ਹੋਊਗਾ, ਮੇਰੇ ਕੋਲ ਉੱਥੇ ਆਰਕ ਪ੍ਰੋਡਿਊਸ ਹੋਊਗੀ ਜਾਂ ਚਿੰਗਿਆਰੀ ਪ੍ਰੋਡਿਊਸ ਹੋਊਗੀ। ਸੋ ਜੇ ਕਰੰਟ ਇਨਕਰੀਜ਼ ਹੋਇਆ ਤੇ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੋਣਾ ਸਮਾਲ ਹੋਣਾ, ਬਟ ਸਫੀਸ਼ੀਐਂਟ ਹੋਊਗਾ ਕਿ ਆਰਕ ਜਿਹੜੀ ਆ ਉਹ ਮੇਨਟੇਨ ਕਰਕੇ ਰੱਖ ਸਕੇ। ਕਿਉਂਕਿ ਕਰੰਟ ਵੱਧਦਾ ਤਾਂ ਆਪਣਾ ਜਿਹੜੀ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਜਾਂ ਫਿਰ ਜਿਹੜਾ ਆਪਣਾ ਵੋਲਟੇਜ ਹੁੰਦੀ ਨਾ ਉਹ ਰਿਡਿਊਸ ਹੁੰਦੀ ਆ। ਸੋ ਜਿਹੜੀ ਹੁਣ ਉੱਥੇ ਦੇਖੋ ਆਰਕ ਬਣੀ ਆ ਮੇਰੇ ਕੋਲ ਉਸ ਕੰਟੈਕਟ ਦੇ ਅਲੱਗ ਹੋਣ ਤੋਂ ਬਾਅਦ ਜਿਹੜੀ ਆਰਕ ਬਣੀ ਆ, ਠੀਕ ਆ, ਉਹ ਆਰਕ ਜਿਹੜੀ ਹੁੰਦੀ ਨਾ ਉਹ ਲੋ ਰੈਜ਼ਿਸਟੈਂਸ ਪਾਥ ਪ੍ਰੋਵਾਈਡ ਕਰਦੀ ਆ ਕਰੰਟ ਨੂੰ। ਯਾਨੀ ਕਿ ਆਰਕ ਕੀ ਕਹਿੰਦੀ ਆ ਕਰੰਟ ਨੂੰ ਵੀ ਕੋਈ ਗੱਲ ਨਹੀਂ ਤੂੰ ਫਲੋ ਕਰੀ ਚੱਲ, ਟੈਨਸ਼ਨ ਨਹੀਂ ਲੈਣੀ, ਮੈਂ ਹੈਗੀ ਆ। ਠੀਕ ਆ, ਸੋ ਆਰਕ ਨੇ ਕੀ ਕਰਨਾ, ਕਰੰਟ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕਰੀ ਜਾਣੀ ਆ। ਸੋ ਜਦੋਂ ਤੱਕ ਜਿਹੜੀ ਆ ਮੇਰੀ ਆਰਕ ਬਣੀ ਆ ਤਾਂ ਕਰੰਟ ਜਿਹੜਾ ਆ ਉਹ ਫਲੋ ਕਰੀ ਜਾਣਾ। ਸੋ ਮੇਰੀ ਇਹ ਨੀਡ ਆ ਕਿ ਉਹ ਜਿਹੜੀ ਆਰਕ ਆ ਮੈਂ ਉਹ ਆਰਕ ਨੂੰ ਖ਼ਤਮ ਕਰਾਂ, ਕਿਉਂਕਿ ਜੇ ਉਹ ਆਰਕ ਖ਼ਤਮ ਨਾ ਹੋਗੀ ਤਾਂ ਕਰੰਟ ਜਿਹੜਾ ਉਹਨੇ ਬਣੇ ਰਹਿਣ ਦੀ ਕੋਸ਼ਿਸ਼ ਕਰਨੀ ਆ ਅਤੇ ਕੁਛ ਟਾਈਮ ਬਾਅਦ ਉੱਥੇ ਹੀਟ ਇੰਨੀ ਕੁ ਜ਼ਿਆਦਾ ਹੋ ਜਾਣੀ ਆ ਕਿ ਜਿਹੜਾ ਮੇਰਾ ਸਿਸਟਮ ਆ ਉਹ ਡੈਮੇਜ ਹੋ ਜਾਣਾ। ਠੀਕ ਆ, ਸੋ ਆਰਕ ਨੂੰ ਖ਼ਤਮ ਕਰਨਾ ਹੀ ਜਿਹੜਾ ਆ ਮੇਰਾ ਮੇਨ ਮਕਸਦ ਹੁੰਦਾ। ਆਰਕ ਨੂੰ ਖ਼ਤਮ ਕਰਨਾ ਮੀਨਸ ਕਿ ਆਪਾਂ ਕਹਿ ਸਕਦੇ ਵੀ ਆਰਕ ਦੀ ਰੈਜ਼ਿਸਟੈਂਸ ਜਿਹੜੀ ਆ ਉਹਨੂੰ ਇਨਕਰੀਜ਼ ਕਰਨਾ। ਠੀਕ ਆ, ਜਿੰਨੀ ਆਰਕ ਦੀ ਰੈਜ਼ਿਸਟੈਂਸ ਜ਼ਿਆਦਾ ਹੋਗੀ, ਯਾਨੀ ਕਿ ਆਰਕ ਨੂੰ ਰੈਜ਼ਿਸਟ ਕਰਨਾ, ਜਿੱਦਾਂ ਕਰੰਟ ਨੂੰ ਰੈਜ਼ਿਸਟ ਕਰਨਾ ਮਤਲਬ ਕਰੰਟ ਨੂੰ ਰੋਕਣਾ। ਸੋ ਆਰਕ ਨੂੰ ਰੈਜ਼ਿਸਟ ਕਰਨਾ ਮਤਲਬ ਕਿ ਆਰਕ ਨੂੰ ਰੋਕਣਾ। ਬਣਨੀ ਤਾਂ ਉੱਥੇ ਹੈਗੀ ਆ। ਠੀਕ ਆ, ਜਦੋਂ ਵੀ ਦੋ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੋਣੇ ਓਬਵੀਅਸਲੀ ਗੱਲ ਆ ਉੱਥੇ ਆਰਕ ਤਾਂ ਬਣੂਗੀ ਹੀ, ਬਟ ਉਹ ਆਰਕ ਜਿਹੜੀ ਉਹਨੂੰ ਮੈਂ ਘੱਟ ਕਰਨਾ, ਉਹਦੀ ਰੈਜ਼ਿਸਟੈਂਸ ਨੂੰ ਇਨਕਰੀਜ਼ ਕਰਕੇ। ਸੋ ਉਹਦੀ ਰੈਜ਼ਿਸਟੈਂਸ ਨੂੰ ਇਨਕਰੀਜ਼ ਕਰਕੇ ਆਰਕ ਜਿਹੜੀ ਆ ਘਟੂਗੀ ਅਤੇ ਜਿਹੜਾ ਮੇਰਾ ਸਿਸਟਮ ਆ ਉੱਥੇ ਜਿਹੜੀ ਅਨਵਾਂਟਡ ਜਿਹੜੀ ਸਪਾਰਕਿੰਗ ਆ ਉਹ ਕੀ ਹੋਊਗੀ, ਘੱਟ ਜੂਗੀ ਅਤੇ ਸਿਸਟਮ ਮੇਰਾ ਡੈਮੇਜ ਨਹੀਂ ਹੋਊਗਾ।
ਕਿਉਂਕਿ ਜਦੋਂ ਫਾਲਟ ਆਉਣਾ ਕਰੰਟ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ, ਉੱਥੇ ਆਰਕ ਤਾਂ ਪ੍ਰੋਡਿਊਸ ਹੋਣੀ ਆ, ਬਟ ਉਹ ਆਰਕ ਨੂੰ ਮੈਂ ਕੰਟਰੋਲ ਕਰਨਾ ਹੈ ਆਰਕ ਦੀ ਰੈਜ਼ਿਸਟੈਂਸ ਨੂੰ ਇਨਕਰੀਜ਼ ਕਰਕੇ। ਠੀਕ ਹੈ, ਸੋ ਜਿਹੜੀ ਆਰਕ ਰੈਜ਼ਿਸਟੈਂਸ ਹੁੰਦੀ ਹੈ ਉਹ ਡਿਪੈਂਡ ਕਰਦੀ ਹੈ ਇਹਨਾਂ ਫੈਕਟਰਸ ਦੇ ਉੱਪਰ। ਫਸਟ ਹੁੰਦਾ ਡਿਗਰੀ ਆਫ ਆਇਓਨਾਈਜੇਸ਼ਨ, ਸੋ ਦਾ ਆਰਕ ਰੈਜ਼ਿਸਟੈਂਸ ਇਨਕਰੀਜ਼ ਵਿਦ ਡਿਕਰੀਜ਼ ਇਨ ਨੰਬਰ ਆਫ ਆਇਓਨਾਈਜ਼ਡ ਪਾਰਟੀਕਲ ਬਿਟਵੀਨ ਦਾ ਕੰਟੈਕਟ। ਸੋ ਜੇ ਮੈਂ ਆਇਓਨਾਈਜ਼ਡ ਪਾਰਟੀਕਲ, ਉਹ ਕਹਿੰਦੇ ਵੀ ਜਿਹੜੇ 에ਅਰ ਦੇ ਵਿੱਚ ਆਇਓਨਾਈਜ਼ਡ ਪਾਰਟੀਕਲ ਆ, ਹੁਣ ਆਪਾਂ ਨੂੰ ਪਤਾ ਵੀ ਜਦੋਂ ਕੰਟੈਕਟ ਅਲੱਗ ਹੁੰਦੇ ਰੈਜ਼ਿਸਟੈਂਸ ਵੱਧਦੀ ਹੈ ਅਤੇ ਆਇਓਨਾਈਜ਼ ਜਿਹੜੀ 에ਅਰ ਹੁੰਦੀ ਨਾ ਆਇਓਨਾਈਜ਼ ਹੋ ਜਾਂਦੀ। ਜਦੋਂ ਆਇਓਨਾਈਜ਼ ਹੋ ਗਈ 에ਅਰ ਜਾਂ ਵੇਪਰਾਈਜ਼ ਹੋ ਗਈ, 에ਅਰ ਜਿਹੜੀ ਆਇਓਨਾਈਜ਼ ਹੋ ਗਈ ਜਾਂ ਆਇਲ ਜਿਹੜਾ ਉਹਦੇ ਵੇਪਰ ਬਣ ਗਿਆ, ਵੇਪਰਾਈਜ਼ ਹੋ ਗਿਆ, ਤਾਂ ਉਸ ਟਾਈਮ 'ਤੇ ਕੀ ਹੋਣਾ, ਜਿਹੜੀ ਕਰੰਟ ਆ ਉਹਨੇ ਬਣੇ ਰਹਿਣ ਦੀ ਕੋਸ਼ਿਸ਼ ਕਰਨੀ ਕਿਤੇ ਥਰੂ ਆਇਓਨਾਈਜ਼ਡ ਮੀਡੀਅਮ ਦੇ ਥਰੂ। ਸੋ ਜੋ ਆਇਓਨਾਈਜ਼ਡ ਮੀਡੀਅਮ ਨੂੰ ਹੀ ਜੇ ਮੈਂ ਖਤਮ ਕਰ ਦੇਵਾਂ ਤਾਂ ਵੀ ਕੀ ਹੋਣਾ, ਮੇਰੀ ਆਰਕ ਜਿਹੜੀ ਉੱਥੇ ਘੱਟ ਪ੍ਰੋਡਿਊਸ ਹੋਊਗੀ। ਸੋ ਜੇ ਨੰਬਰ ਆਫ ਆਇਓਨਾਈਜ਼ਡ ਜਿਹੜੇ ਪਾਰਟੀਕਲਸ ਆ ਉਹਨਾਂ ਨੂੰ ਮੈਂ ਡਿਕਰੀਜ਼ ਕਰ ਦੇਵਾਂ ਤਾਂ ਆਰਕ ਰੈਜ਼ਿਸਟੈਂਸ ਨੂੰ ਮੈਂ ਕੀ ਕਰ ਸਕਦਾ, ਇਨਕਰੀਜ਼ ਕਰ ਸਕਦਾ। ਠੀਕ ਹੈ, ਯਾਦ ਰੱਖਿਓ ਨੰਬਰ ਆਫ ਪਾਰਟੀਕਲਸ ਜਿਹੜੇ ਆ ਇਹਨਾਂ ਨੂੰ ਨੰਬਰ ਆਫ ਆਇਓਨਾਈਜ਼ਡ ਪਾਰਟੀਕਲ ਜਿਹੜੇ ਆ ਇਹਨਾਂ ਨੂੰ ਡਿਕਰੀਜ਼ ਕਰਕੇ ਆਰਕ ਰੈਜ਼ਿਸਟੈਂਸ ਮੈਂ ਇਨਕਰੀਜ਼ ਕਰ ਸਕਦਾ। ਸੈਕਿੰਡ ਮੈਥਡ ਮੇਰੇ ਕੋਲ ਕੀ ਆ, ਲੈਂਥਨਿੰਗ ਦਾ ਆਰਕ। ਲੈਂਥਨਿੰਗ ਦਾ ਆਰਕ ਦਾ ਮਤਲਬ ਆ ਕਿ ਮੈਂ ਆਰਕ ਦੀ ਲੈਂਥ ਨੂੰ ਇਨਕਰੀਜ਼ ਕਰ ਦੇਵਾਂ ਤਾਂ ਵੀ ਮੈਂ ਜਿਹੜੀ ਆ ਆਰਕ ਰੈਜ਼ਿਸਟੈਂਸ ਇਨਕਰੀਜ਼ ਕਰ ਸਕਦਾ। ਯਾਨੀ ਕਿ ਹੁਣ ਮੈਂ ਲੈਂਥ ਕਿੱਦਾਂ ਇਨਕਰੀਜ਼ ਕਰੂੰਗਾ ਆਰਕ ਦੀ, ਉਹ ਮੈਂ ਇਨਕਰੀਜ਼ ਕਰੂੰਗਾ ਕੰਟੈਕਟ ਏਰੀਆ ਜਿਹੜਾ ਆ ਉਹਨੂੰ ਇਨਕਰੀਜ਼ ਕਰਕੇ। ਠੀਕ ਆ, ਯਾਨੀ ਕਿ ਦੋ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੁੰਦੇ ਆ ਨਾ, ਉਹਨਾਂ ਨੂੰ ਮੈਂ ਇੱਕਦਮ ਬਹੁਤ ਜ਼ਿਆਦਾ ਦੂਰ ਕਰ ਦੇਵਾਂ ਤਾਂ ਵੀ ਮੈਂ ਜਿਹੜੀ ਉੱਥੇ ਆਰਕ ਦੀ ਰੈਜ਼ਿਸਟੈਂਸ ਆ ਉਹਨੂੰ ਇਨਕਰੀਜ਼ ਕਰ ਸਕਦਾ, ਜਿਹਦੇ ਕਰਕੇ ਉੱਥੇ ਸਪਾਰਕਿੰਗ ਤਾਂ ਪ੍ਰੋਡਿਊਸ ਹੋਊਗੀ ਬਟ ਉਹ ਜਲਦੀ ਖਤਮ ਹੋ ਜੂਗੀ। ਆਰਕ ਪ੍ਰੋਡਿਊਸ ਹੋਊਗੀ ਬਟ ਜਲਦੀ ਖਤਮ ਹੋਊਗੀ। ਮੈਂ ਕੀ ਕਰਨਾ, ਲੈਂਥ ਨੂੰ ਇਨਕਰੀਜ਼ ਕਰ ਦੇਣਾ ਦੋਨੋਂ ਕੰਟੈਕਟ ਦੇ ਵਿੱਚ ਜਿਹੜਾ ਸੈਪਰੇਸ਼ਨ ਏਰੀਆ ਆ। ਠੀਕ ਆ, ਸੋ ਕਿੱਦਾਂ ਕਰਨਾ, ਸੈਪਰੇਸ਼ਨ ਆਫ ਕੰਟੈਕਟ ਨੂੰ ਜਿਹੜਾ ਇਨਕਰੀਜ਼ ਕਰਕੇ ਮੈਂ ਆਰਕ ਦੀ ਰੈਜ਼ਿਸਟੈਂਸ ਨੂੰ ਇਨਕਰੀਜ਼ ਕਰ ਸਕਦਾ। ਨੈਕਸਟ ਹੈਗਾ ਕ੍ਰੋਸ ਸੈਕਸ਼ਨ ਆਫ ਆਰਕ। ਸੋ ਦਾ ਆਰਕ ਰੈਜ਼ਿਸਟੈਂਸ ਵੀ ਡਿਕਰੀਜ਼ ਇਨ ਕ੍ਰੋਸ ਸੈਕਸ਼ਨ ਏਰੀਆ ਆਫ ਦਾ ਆਰਕ। ਯਾਨੀ ਕਿ ਜੇ ਮੈਂ ਕੰਟੈਕਟ ਦਾ ਕ੍ਰੋਸ ਸੈਕਸ਼ਨ ਏਰੀਆ ਘਟਾ ਦੇਵਾਂ, ਯਾਨੀ ਕਿ ਉਹਨਾਂ ਨੂੰ ਮੈਂ ਛੋਟਾ ਬਣਾਵਾਂ, ਕੰਟੈਕਟ ਜ਼ਿਆਦਾ ਵੱਡ, ਕਿਉਂਕਿ ਦੇਖੋ ਜਿੰਨੇ ਵੱਡੇ ਕੰਟੈਕਟ ਹੋਣਗੇ, ਠੀਕ ਆ, ਉਨਾ ਹੀ ਜ਼ਿਆਦਾ ਜਿਹੜਾ ਆ ਉਹਨਾਂ ਦੇ ਵਿੱਚ ਜਿਹੜਾ 에ਅਰ ਹੈਗੀ ਆ ਉਹ ਆਇਓਨਾਈਜ਼ ਜਾਂ ਆਇਲ ਜਿਹੜਾ ਉਹ ਵੇਪਰਾਈਜ਼ ਹੋਊਗਾ। ਸੋ ਜੇ ਮੈਂ ਕੰਟੈਕਟ ਏਰੀਆ ਡਿਕਰੀਜ਼ ਕਰ ਦੇਵਾਂ ਤਾਂ ਉਹਦੇ ਨਾਲ ਵੀ ਮੈਂ ਕੀ ਆ ਆਰਕ ਰੈਜ਼ਿਸਟੈਂਸ ਜਿਹੜੀ ਆ ਉਹਨੂੰ ਇਨਕਰੀਜ਼ ਕਰ ਸਕਦਾ। ਜਿੰਨਾ ਛੋਟਾ ਏਰੀਆ ਹੋਊਗਾ, ਕੰਟੈਕਟ ਏਰੀਆ ਹੋਊਗਾ, ਉਨੀ ਜਿਹੜੀ ਆਰਕ ਮੇਰੇ ਕੋਲ ਹੋਊਗੀ ਘੱਟ ਪ੍ਰੋਡਿਊਸ ਹੋਊਗੀ। ਜਿੰਨਾ ਕੰਟੈਕਟ ਏਰੀਆ ਜ਼ਿਆਦਾ ਵੱਡਾ ਹੋਊਗਾ ਉਨੀ ਜ਼ਿਆਦਾ ਮੇਰੇ ਕੋਲ ਆਰਕ ਪ੍ਰੋਡਿਊਸ ਹੋਊਗੀ। ਬਟ ਜੋ ਬਹੁਤਾ ਛੋਟਾ ਵੀ ਮੈਂ ਕੰਟੈਕਟ ਏਰੀਆ ਨਹੀਂ ਬਣਾ ਸਕਦਾ, ਕਿਉਂਕਿ ਜੇ ਕੰਟੈਕਟ ਏਰੀਆ ਨੂੰ ਆਪਾਂ ਬਹੁਤ ਜ਼ਿਆਦਾ ਛੋਟਾ ਕਰ ਦੇਵਾਂਗੇ ਤਾਂ ਪੋਟੈਂਸ਼ੀਅਲ ਡਿਫਰੈਂਸ ਮੇਨਟੇਨ ਕਰ ਨਹੀਂ ਰੱਖ ਹੋਣਾ ਉਹਦੇ ਕੋਲ, ਕੋਈ ਕਰੰਟ ਦੀ ਵੈਲਿਊ ਜ਼ਿਆਦਾ ਹੁੰਦੀ, ਛੋਟੇ ਕੰਟੈਕਟ ਏਰੀਆ ਨਹੀਂ ਮੇਨਟੇਨ ਕਰਕੇ ਰੱਖ ਸਕਦਾ। ਸੋ ਇਸ ਕਰਕੇ ਇਹ ਵੀ ਚੀਜ਼ ਦਾ ਜਿਹੜਾ ਨਾ ਡਿਜ਼ਾਈਨਰਸ ਨੂੰ ਖਿਆਲ ਰੱਖਣਾ ਪੈਂਦਾ ਹੁੰਦਾ ਇਹਨਾਂ ਚੀਜ਼ਾਂ ਦਾ ਬਹੁਤ। ਬਟ ਆਪਾਂ ਜਿਹੜੀ ਆ ਆਰਕ ਰੈਜ਼ਿਸਟੈਂਸ ਨੂੰ ਇਨਕਰੀਜ਼ ਕਰ ਸਕਦੇ ਕ੍ਰੋਸ ਸੈਕਸ਼ਨ ਏਰੀਆ ਘਟਾ ਕੇ, ਜਿਹੜਾ ਮੇਰਾ ਕੰਟੈਕਟ ਏਰੀਆ ਹੁੰਦਾ ਉਹਦਾ ਕੰਟੈਕਟ ਜਿਹੜੇ ਹੁੰਦੇ ਉਹਨੂੰ। ਸੋ ਇੱਦਾਂ ਜਿਹੜੀ ਹੁੰਦੀ ਆ ਮੇਰੀ ਆਰਕ ਪ੍ਰੋਡਿਊਸ ਹੁੰਦੀ ਆ। ਠੀਕ ਆ, ਸੋ ਇਹ ਅੱਜ ਆਪਾਂ ਇੰਨਾ ਹੀ ਕਰਨਾ ਹੈ ਡਿਸਕਸ। ਬਾਕੀ ਜਿਹੜਾ ਆ ਉਹ ਆਪਾਂ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਅਗਲੇ ਲੈਕਚਰ 'ਚ ਆਪਾਂ ਇਹ ਡਿਸਕਸ ਕਰਾਂਗੇ ਵੀ ਆਰਕ ਨੂੰ ਆਪਾਂ ਖ਼ਤਮ ਕਰਨ ਦੇ ਕੀ ਮੈਥਡ ਹੁੰਦੇ ਆ। ਠੀਕ ਆ, ਉਹ ਜਿਹੜੇ ਖ਼ਤਮ ਕਰਨ ਦੇ ਮੈਥਡ ਜਾਂ ਮੀਡੀਅਮਸ ਆ ਨਾ, ਉਹਨਾਂ 'ਤੇ ਹੀ ਅੱਗੇ ਆਪਾਂ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਸਰਕਟ ਬ੍ਰੇਕਰ ਜਿਹੜੇ ਆ ਉਹ ਡਿਜ਼ਾਈਨ ਕੀਤੇ ਹੋਏ ਆ। ਠੀਕ ਆ, ਸੋ ਇਹ ਤੇ ਚੀਜ਼ ਦੇ ਤੁਸੀਂ ਨੋਟਸ ਬਣਾ ਲੈਣੇ। ਜੇ ਕੋਈ ਵੀ ਡਾਊਟ ਹੋਇਆ ਕਿਸੇ ਵੀ ਟਾਈਮ 'ਤੇ ਮੈਨੂੰ ਜਿਹੜਾ ਮੈਸੇਜ ਕਰਕੇ WhatsApp 'ਤੇ ਪਰਸਨਲੀ ਤੁਸੀਂ ਪੁੱਛ ਸਕਦੇ ਆ, ਜਾਂ ਫਿਰ ਇੱਥੇ YouTube 'ਤੇ ਵੀ ਤੁਸੀਂ ਕਮੈਂਟ ਕਰ ਲਿਓ ਜੋ ਵੀ ਹੈ। ਠੀਕ ਆ, ਓਕੇ, ਥੈਂਕ ਯੂ।